ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਣੀ ਨਾਮ ਜਪਾ ਕੇ। ਜਗ ਜਲਦੇ ਬਲਦੇ ਨੂੰ ਮਾਲਕਾ ਰੱਖਣੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਣੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਗ ਚੜ੍ਹਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਗ ਚੜ੍ਹਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਰੱਖਲੀ ਨਾਮ ਜਪਾ ਕੇ ਸਤਿਗੁਰ ਰੱਖਲੀ ਨਾਮ ਜਪਾ ਕੇ ਆਪਣਾ। ਉਹ ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ ਵਾਹਿਗੁਰੂ। ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ ਆਪਣਾ। ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ। ਰੱਖਲੀ ਨਾਮ ਜਪਾ ਕੇ ਆਪਣਾ। ਉਹ ਰੱਖਲੀ ਨਾਮ ਜਪਾ ਕੇ ਮਾਲਕਾ। ਰੱਖਲੀ ਨਾਮ ਜਪਾ ਕੇ ਆਪਣਾ। ਰੱਖਲੀ ਨਾਮ ਜਪਾ ਕੇ, ਰੱਖਲੀ ਨਾਮ ਜਪਾ ਕੇ ਆਪਣਾ। ਰੱਖਲੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਜਗ ਜਲਦੇ ਜਾਂਦੇ ਨੂੰ ਮਾਲਕਾ ਰੱਖਲੀ ਨਾਮ ਜਪਾ ਕੇ। ਹਾਂਜੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਜਿਤ ਦੁਆਰੇ ਬਰੈ ਤਿਤਲੇ ਆਰੋ। ਜਗਤ ਜਲੰਦਾ ਰੱਖ ਲੈ। ਕਲ ਯੁਗ ਕਾਲੀ ਬੱਦਲੀ ਝੜ ਝੜ ਪੈਣ ਗਿਆਰ। ਸੰਤ ਨਾ ਹੋਤੇ ਜਗਤ ਮੈਂ ਤੋ ਜਲ ਪਲਤਾ ਸੰਸਾਰ। ਮਾਨਯੋਗ ਸਤ ਸੰਗਿਓ, ਸੁਭਾਗਾ ਸਮਾਂ ਸੁਭਾਗੀਆਂ ਘੜੀਆਂ ਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਅੰਮ੍ਰਿਤ ਵੇਲੇ ਸਜਨ ਦੀਆਂ ਪ੍ਰਾਪਤ ਹੋਈਆਂ ਨੇ। ਮਹਾਰਾਜ ਨੇ ਕਿਰਪਾ ਕੀਤੀ ਹੈ, ਜਾਗਰਤਾ ਦੀ ਦਾਤ ਦਿੱਤੀ ਹੈ। ਭਾਵੇਂ ਸੰਗਤ ਕੱਲ੍ਹ ਤੋਂ ਲੈ ਕੇ 8 ਦਿਨਾਂ ਤੋਂ ਲੈ ਕੇ ਅੱਜ 9ਵਾਂ ਦਿਨ ਹੈ। ਬਹੁਤ ਜ਼ਿਆਦਾ ਸੰਗਤ ਨੇ ਆਪਣੀ ਭਾਵਨਾ ਵਿਖਾਈ। ਜਿਵੇਂ ਭਗਵਾਨ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਅਰਜ ਕਰੀ, ਮਨੁੱਖ ਦਾ ਗੁਰੂ ਕੌਣ ਹੈ। ਆਪਾਂ ਨੂੰ ਵੀ ਜੇ ਕੋਈ ਪੁੱਛੇ ਵੀ ਤੁਹਾਡਾ ਗੁਰੂ ਕੌਣ ਹੈ, ਆਪਾਂ ਸਾਰੇ ਜਾਣੇ ਕੀ ਜਵਾਬ ਦੇਵਾਂਗੇ? ਸਾਡਾ ਗੁਰੂ ਨਾਨਕ ਹੈ। ਕੱਲ੍ਹ ਸਾਡੇ ਨਾਲ ਸੀ ਗੁਰੂ ਨਾਨਕ। ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ। ਸਾਡਾ ਗੁਰੂ ਹੈ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ। ਇਹੋ ਹੀ ਕਹਾਂਗੇ ਨਾ। ਭਗਵਾਨ ਕ੍ਰਿਸ਼ਨ ਮਹਾਰਾਜ ਨੂੰ ਪੁੱਛੇਗਾ, ਤੁਸੀਂ ਦੱਸੋ ਤੁਹਾਡੇ ਗੁਰੂ ਕੌਣ ਨੇ? ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਗੀਤਾ ਦੇ ਵਿੱਚ ਉਚਾਰਨ ਕਰਿਆ, ਉਹ ਕਹਿੰਦੇ ਭਾਵਨੀ ਵਿਦਿਆ ਤੇ ਦੇਵਾ।
ਮਨੁੱਖ ਦੀ ਸਭ ਤੋਂ ਵੱਡੀ ਜਿਹੜੀ ਭਾਵਨਾ ਹੈ ਉਹ ਉਹਦਾ ਗੁਰੂ ਹੈ। ਭਾਵਨਾ ਸ਼ਰਧਾ ਭਾਵ ਕਹਿ ਲਓ, ਨਫ਼ਰਤ ਨਹੀਂ, ਸ਼ਰਧਾ। ਜੇ ਮਨੁੱਖ ਦੀ ਸ਼ਰਧਾ ਹੀ ਨਹੀਂ, ਜੇ ਭਾਵਨਾ ਹੀ ਨਹੀਂ, ਫਿਰ ਕੁਝ ਨਹੀਂ ਪ੍ਰਾਪਤ ਹੁੰਦਾ। ਜੇ ਸ਼ਰਧਾ ਤੇ ਭਾਵਨਾ ਹੈ ਅੰਦਰ ਹਿਰਦੇ ਵਿੱਚ, ਹਿਰਦਾ ਸਾਫ਼ ਹੈ, ਵਧੀਆ ਚਿੱਟਾ ਕੱਪੜਾ, ਚਲੋ ਛੋਟਾ ਜਿਹਾ ਹੋਰ ਉਦਾਹਰਨ ਲੈ ਲਓ, ਨਿੱਕਾ ਜਿਹਾ ਨਾਲ ਸਾਡੇ ਚਿੱਟਾ ਕੱਪੜਾ ਲੱਗਿਆ ਹੋਇਆ ਹੈ, ਚਿੱਟਾ ਕੱਪੜਾ ਪਾਇਆ ਹੋਇਆ ਤਨ ਤੇ, ਉਹਦੇ ਕੋਈ ਦਾਗ ਨਾ ਹੋਵੇ ਤੇ ਨਿਰੋਲ ਚਿੱਟਾ ਹੋਵੇ, ਕਿੰਨਾ ਵਧੀਆ ਲੱਗਦਾ। ਮਨੁੱਖ ਦਾ ਹਿਰਦਾ ਇਸ ਤਰ੍ਹਾਂ ਹੈ, ਵਧੀਆ ਲੱਗਦਾ ਜਦੋਂ ਉਹਦੇ ਅੰਦਰ ਦਵੈਤ ਭਾਵ ਈਰਖਾ ਨਾ ਹੋਵੇ। ਜਿਹਦੇ ਅੰਦਰ ਈਰਖਾ ਹੈ, ਦਵੈਤ ਹੈ, ਮੇਰ ਤੇਰ ਹੈ, ਅੰਦਰ ਹਰਖ ਹੈ, ਅੰਦਰ ਕਪਟ ਹੈ, ਉਸ ਮਨੁੱਖ ਨੂੰ ਮੇਰੇ ਸਾਹਮਣੇ ਬਿਠਾ ਦਿਓ, ਮੈਂ 2 ਮਿੰਟਾਂ ਵਿੱਚ ਆਪਣੀ ਜੰਤਰੀ ਵੇਖ ਕੇ ਦੱਸ ਦੂੰਗਾ ਵੀ ਇਹਦਾ ਹਿਰਦਾ ਇਹੋ ਜਿਹਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਦੋਂ ਭਾਵਨਾ ਹੈ ਉਦੋਂ ਮਨੁੱਖ ਦਾ ਪਤਾ ਲੱਗ ਜਾਂਦਾ। ਜਿੱਥੇ ਪ੍ਰੇਮ ਹੈ ਉੱਥੇ ਰਾਤ ਦਾ ਹੀ ਨਹੀਂ ਪਤਾ ਲੱਗਦਾ ਵੀ ਰਾਤ ਹੈ ਜਾਂ ਦਿਨ ਹੈ। ਭਾਵੇਂ ਮੈਂ ਕੱਲ੍ਹ ਅਰਜ਼ ਕਰੀ ਸੀ ਵੀ ਅਸੀਂ 2 ਦਿਨ ਆਰਾਮ ਕਰਾਂਗੇ, ਪਰ ਕਰ ਆਰਾਮ ਨਾ ਵਹਿੰਦੇ। ਹਿਰਦੇ ਸੱਟ ਜਿਨ੍ਹਾਂ ਦੇ ਵਹਿੰਦੀ ਉਹ ਕਰ ਆਰਾਮ ਨਾ ਵਹਿੰਦੇ। ਉਸੇ ਟਾਈਮ ਤੇ ਫੇਰ ਭਾਵੇਂ ਪੂਰੇ ਥੱਕੇ ਹੋਏ ਸੀ, 8 ਵਜ ਗਏ ਰਾਤ ਸਾਨੂੰ ਪੈਂਦਿਆਂ ਨੂੰ, ਬੱਚੇ ਕਹਿੰਦੇ ਡਾਲੀ ਲੈਣ ਨਹੀਂ ਜਾਣਾ। ਮੈਂ ਕਿਹਾ ਚੰਗਾ ਨਾ ਜਾਓ, ਇੱਥੇ ਤਿਆਰ ਕਰਾਂਗੇ ਪ੍ਰਸ਼ਾਦਾ ਜੇ ਥੱਕੇ ਹੋਏ ਆ। ਅੱਗੇ ਅਸੀਂ ਤਕਰੀਬਨ 7:30 ਵਜੇ ਨੂੰ ਡਾਲੀ ਲੈ ਕੇ ਮੁੜੇ ਆਉਂਦੇ ਹਾਂ, ਰਾਤ 8 ਵਜੇ ਗਏ ਇੱਥੇ ਪਕਾਉਂਦਿਆਂ ਨੂੰ। ਮੈਂ ਕਿਹਾ ਲੈ ਕਰ ਲਓ ਘਿਓ ਨੂੰ ਭਾਂਡਾ, ਉਨਾ ਹੀ ਟਾਈਮ ਹੋ ਗਿਆ ਭਾਵ। ਪੈਰ 'ਚ ਕਰ ਰਿਹਾ ਕਹਿੰਦੇ ਹਿਰਦੇ ਸੱਟ ਜਿਨ੍ਹਾਂ ਦੇ ਪੈਂਦੀ ਉਹ ਕਰ ਆਰਾਮ ਨਾ ਵਹਿੰਦੇ। ਉਹਨਾਂ ਨੂੰ ਆਰਾਮ ਨਹੀਂ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ। ਇੱਕ ਹੈ ਮਤਲਬੀ ਯਾਰ ਹੁੰਦੇ ਨੇ, ਮਤਲਬ ਕੱਢਿਆ ਤੇ ਚਲੋ ਜੀ ਉਹ ਗਏ ਉਹ ਗਏ, ਪਰ ਇੱਕ ਹੁੰਦਾ ਪ੍ਰੇਮ। ਅਰਜਨ ਕਹਿਣ ਲੱਗਿਆ ਦੱਸੋ ਮਹਾਰਾਜ, ਕਹਿੰਦੇ ਤੇਰੀ ਭਾਵਨਾ ਹੈ, ਜਿੱਥੇ ਤੇਰੀ ਭਾਵਨਾ ਟਿਕ ਗਈ ਤੇ ਉਹੀ ਤੇਰਾ ਗੁਰੂ ਹੈ। ਜੇ ਤੇਰੀ ਭਾਵਨਾ ਹੀ ਨਾ ਬਣੀ, ਟਿੱਕੀ ਜਾਈ ਬੱਥਾ, ਪਰਿਕਰਮਾ ਕਰੀ ਜਾਈ, ਫਿਰੀ ਜਾਈ, ਅੰਦਰ ਤੇਰੇ ਕੁਝ ਹੋਰ ਹੈ ਤੇ ਬਾਹਰ ਕੁਝ ਹੋਰ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਦੋਨੋਂ ਹੀ ਇੱਕ ਚੀਜ਼ ਨਹੀਂ ਨਾ ਹੁੰਦੇ ਪਰਮਾਤਮਾ ਤੇ ਜਦੋਂ ਮਨੁੱਖ ਵਿੱਚ ਸਹਿਜ ਆ ਜਾਏ ਨਾ, ਸਹਿਜ ਇਸ ਤਰ੍ਹਾਂ ਚੌਂਕੜਾ ਮਾਰ ਕੇ, ਚਲੋ ਮੈਂ ਕਿਸੇ ਦੀ ਵੈਸੇ ਵਡਿਆਈ ਨਹੀਂ ਕਰਦਾ ਹੁੰਦਾ, ਪਰ ਜਿਹੜੀ ਚੰਗੀ ਗੱਲ ਉਹਦੀ ਕਰਨੀ ਵੀ ਚਾਹੀਦੀ ਹੈ। ਜ਼ਿੰਦਗੀ ਵਿੱਚ ਇੱਕੋ ਹੀ ਯਾਰਾਂ ਦਾ ਯਾਰ ਮਿਲਿਆ ਮੈਨੂੰ ਇਹੋ ਜਿਹਾ, ਮੇਰਾ ਸਾਧੂ ਸੀ, ਉਹਦੇ ਵਿੱਚ ਇੰਨੀ ਸੀਤਲਤਾ ਤੇ ਸਹਿਜ ਇੰਨਾ ਸੀ ਉਹਦੇ ਵਿੱਚ, ਉਹਦੇ ਵਰਗਾ ਕੀਰਤਨ ਨਹੀਂ, ਮਿੱਠਾ ਕੀਰਤਨ ਸੀ ਉਹਦਾ, ਤੇ ਸਹਿਜ ਇੰਨਾ ਸੀ। ਜੇ ਇਹ ਕਹਿ ਲਓ ਵੀ ਰਾਤ ਨੂੰ ਮਸਤੂਆਣਾ ਸਾਹਿਬ ਉੱਥੇ ਰਹਿਣ ਸਵਾਈ ਹੁੰਦੀ, 8 ਵਜੇ ਚੌਂਕੜਾ ਮਾਰ ਕੇ ਬਹਿ ਜਾਂਦਾ। ਜੇ ਉਹਨੂੰ ਕਹਿਤਾ ਕੀਰਤਨ ਕਰ ਲਿਆ ਤਾਂ ਕਰ ਲਿਆ, ਤੇ ਨਹੀਂ 4 ਵਜੇ ਤੱਕ ਇਸੇ ਤਰ੍ਹਾਂ ਉਹਨੇ ਆਏ ਨੀਵੀਂ ਪਾ ਲੈਣੀ, ਬਸ ਇੱਕ ਟੱਕ 8 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਐ ਅੱਖ ਨਹੀਂ ਸੀ ਭਟਕਦਾ। ਨਹੀਂ ਬਹੁਤੇ ਹੁੰਦੇ ਵੀ ਚਲੋ ਘੰਟਾ ਕੁ ਬੈਠੇ, ਚਲੋ ਚਾਹ ਪੀ ਆਈਏ, ਫੇਰ ਬੈਠੇ, ਚਲੋ ਚਾਹ ਪੀ ਆਈਏ, ਬਸ ਉਹ ਜਿੱਥੇ ਬਹਿ ਗਿਆ ਬਹਿ ਗਿਆ। ਚਲੋ ਬਹੁਤੇ ਨਹੀਂ ਹੁੰਦੇ ਮਿੱਤਰ, ਇੱਕ ਅੱਧਾ ਹੀ ਹੁੰਦਾ ਜ਼ਿੰਦਗੀ ਦੇ ਵਿੱਚ, ਕਦੇ ਕਦੇ ਮਿਲਦਾ, ਫਿਰ ਉਹਦੀ ਯਾਦ ਵੀ ਆ ਜਾਂਦੀ ਹੈ। ਚਲੋ ਭਾਵ ਕਹਿਣ ਤੋਂ ਆ ਸ਼ਰਧਾ ਸੀ, ਤੁਹਾਡਾ ਪ੍ਰੇਮ ਸੀ ਜਿਹੜਾ 8 ਦਿਨ ਰਾਹਾਂ ਦੇ ਵਿੱਚ ਵਰਤਿਆ ਹੈ। ਤੇ ਉਹਨਾਂ ਦੀ ਬਾਬਤ ਉਦੋਂ ਵੀ ਆਪਾਂ ਉੱਥੇ ਧਾਰਨਾ ਪੜ੍ਹੀ ਸੀ, ਪ੍ਰਭਾਤ ਫੇਰੀ ਦੇ ਵਿੱਚ ਵੀ। ਪਿਆਰ ਵਿੱਚ ਆ ਕੇ ਸਤਿਗੁਰੂ ਜੀ ਕਹਿਣ ਲੱਗੇ ਉਹ ਰਾਹ ਵੀ ਧੰਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਲਿਖੀ ਹੈ ਨਾ, ਉੱਥੇ ਮਹਾਰਾਜ ਜੀ ਕਹਿੰਦੇ ਧੰਨ ਸੋ ਭਾਂਡਾ, ਧੰਨ ਮਸ, ਤੇ ਉਹ ਕਲਮ ਵੀ ਧੰਨ, ਉਹ ਭਾਂਡਾ ਵੀ ਧੰਨ, ਉਹ ਸ਼ਾਹੀ ਵੀ ਧੰਨ, ਉਹ ਕਾਗਜ਼ ਵੀ ਧੰਨ, ਉਹ ਲਿਖਣ ਵਾਲਾ ਵੀ ਧੰਨ, ਉਹ ਲਿਖਾਉਣ ਵਾਲਾ ਵੀ ਧੰਨ। ਇਸ ਪਾਵਨ ਬਾਣੀ ਨੂੰ ਕਹਿੰਦੇ ਉਹ ਲਿਖਣ ਵਾਲਾ ਵੀ ਕੌਣ? ਭਾਈ ਮਨੀ ਸਿੰਘ ਜੀ। ਲਿਖਾਉਣ ਵਾਲਾ ਕੌਣ? ਗੁਰੂ ਗੋਬਿੰਦ ਸਿੰਘ ਮਹਾਰਾਜ। ਸਹਾਇਕ ਲਿਖਾਰੀ ਕੌਣ? ਬਾਬਾ ਦੀਪ ਸਿੰਘ ਜੀ। ਸ਼ਾਹੀ ਬਣਾਉਣ ਵਾਲਾ ਕੌਣ? ਉਹ ਵੀ ਧੰਨ। ਕਲਮਾ ਘੜ ਕੇ ਲਿਆਉਣ ਵਾਲਾ ਕੌਣ? ਉਹ ਵੀ ਧੰਨ। ਮਾਝੀ ਕਹਿੰਦੇ ਉਹ ਸਾਰੇ ਹੀ ਧੰਨ ਨੇ, ਤੇ ਕਹਿੰਦੇ ਉਹ ਰਾਹ ਵੀ ਧੰਨ ਨੇ। ਕਿਹੜੇ? ਜਿੱਥੋਂ ਜਿੱਥੋਂ ਦੀ ਗੁਰੂ ਕੀਆਂ ਸੰਗਤਾਂ ਬਾਣੀ ਪੜ੍ਹਦੀਆਂ, ਨਾਮ ਜਪਣ ਵਾਲੀਆਂ। 3 ਪ੍ਰਕਾਰ ਦੀ ਧੂੜ ਮੰਨੀ ਹੈ ਵਿਦਵਾਨਾਂ ਨੇ, ਕਹਿੰਦੇ 3 ਧੂੜਾਂ ਚੰਦਰੀਆਂ, ਇੱਕ ਤਾਂ ਬੱਕਰੀਆਂ, ਕੰਜਰੀਆਂ, ਇੱਕ ਹੋਰ ਵਿਦਵਾਨਾਂ ਨੇ ਲਿਖਿਆ ਕਹਿੰਦੇ ਇਹ 3 ਧੂੜਾਂ ਬਹੁਤ ਚੰਦਰੀਆਂ ਮਾੜੀਆਂ ਨੇ। ਭਾਵ ਜਦੋਂ ਜਾਂਦੀਆਂ ਬੱਕਰੀਆਂ ਭੇਡਾਂ ਦੇਖੋ ਧੂੜ ਉੱਡਦੀ ਹੈ ਨਾ,
ਆਪਾਂ ਨੱਕ ਤੇ ਕੱਪੜਾ ਲੈ ਲੈਂਦੇ ਹਾਂ। 3 ਧੂੜਾਂ ਮਾੜੀਆਂ ਨੇ ਤੇ 3 ਚੰਗੀਆਂ ਨੇ। ਉਹ ਨਾਮ ਜਪਣ ਵਾਲੇ ਕਿਤੋਂ ਦੀ ਤੁਰੇ ਜਾਂਦੇ ਹੋਣ, ਬੰਦਗੀ ਕਰਨ ਵਾਲੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਣ, ਉਹਨਾਂ ਦੀ ਧੂੜੀ ਉੱਡ ਕੇ ਪੈ ਜੇ ਕਿਤੇ, ਚਲੋ ਨਾਲ ਜਾਣ ਦੀ ਗੱਲ ਨਹੀਂ ਮੈਂ ਕਰਦਾ। ਕਈ ਵਾਰੀ ਕੋਈ ਐਸਾ ਹੁੰਦਾ ਸਰੀਰ ਦੇ ਵਿੱਚ ਵੀ ਕੋਈ ਡਿਫਾਲਟ ਨਹੀਂ ਤੁਰਿਆ ਜਾਂਦਾ, ਅਗਰ ਉਹਨਾਂ ਦੀ ਧੂੜੀ ਉੱਡ ਕੇ ਪੈ ਜਾਵੇ ਕਹਿੰਦੇ ਫੇਰ ਵੀ ਭਲਾ ਹੁੰਦਾ ਹੈ। ਉਹਨਾਂ ਦੇ ਮੁਖ ਦੀ ਆਵਾਜ਼ ਕਿਤੇ ਦੁਖੀ ਦੇ ਕੰਨ ਵਿੱਚ ਪੈ ਜਾਵੇ ਫੇਰ ਵੀ ਭਲਾ ਹੁੰਦਾ ਹੈ। ਕਿਤੇ ਉਹ ਬਿਮਾਰ ਬੰਦਾ ਬੈਠੇ ਹੀ ਸੰਗਤ ਦੇ ਚੱਲੀ ਜਾਂਦੀ ਦਰਸ਼ਨ ਕਰ ਲਵੇ ਸੰਗਤ ਦੇ, ਕਹਿੰਦੇ ਫੇਰ ਵੀ ਭਲਾ ਹੈ। ਦੇਖੋ ਇੰਨਾ ਵੱਡਾ ਮਹੱਤਵ ਦੱਸਿਆ ਗੁਰੂ ਸਾਹਿਬ ਨੇ। ਤੁਰੀ ਜਾਂਦੀ ਸੰਗਤ ਦੇ ਦਰਸ਼ਨ ਕਰ ਲਵੇ, ਧੂੜ ਪੈ ਜਾਵੇ, ਕੰਨਾਂ ਵਿੱਚ ਆਵਾਜ਼ ਪੈ ਜਾਵੇ, ਬੈਠੇ ਮਨੁੱਖ ਦੇ, ਬਿਮਾਰ ਮਨੁੱਖ ਦੇ, ਤਿੰਨੇ ਗੱਲਾਂ ਕਿਤੇ ਹੋ ਜਾਣ ਇਕੱਠੀਆਂ, ਉਹਦੇ ਦੁੱਖ ਕੱਟੇ ਜਾਂਦੇ ਨੇ। ਤੇ ਜਿਹੜੇ ਤੁਰ ਕੇ ਜਾਂਦੇ ਨੇ ਆਰਾਮ ਵਾਹਿਗੁਰੂ ਵਾਹਿਗੁਰੂ ਕਰਦੇ ਜਾਂਦੇ ਸੀ, ਤੇ ਉਹਨਾਂ ਦਾ ਕਿੰਨਾ ਕੁ ਭਲਾ ਹੁੰਦਾ ਹੋਣਾ, ਉਹ ਰਸਤਿਆਂ ਦਾ ਕਿੰਨਾ ਕੁ ਭਲਾ ਹੁੰਦਾ ਹੋਣਾ ਹੈ ਜਿਹੜੇ ਰਸਤੇ ਦੇ ਵਿੱਚ ਆਪਾਂ ਜਾਂਦੇ ਸੀ। ਤੇ ਉੱਥੇ ਹੀ ਪੜੀ ਸੀ ਪਿਆਰ ਵਿੱਚ ਆ ਕੇ ਬੋਲਿਓ, ਕਹਿਣ ਲੱਗੇ ਪਿਆਰ ਵਿੱਚ ਜੀ ਬਲਿਹਾਰੇ ਉਹਨਾਂ ਰਾਹਾਂ ਤੋਂ, 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 ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰੂ ਜਾਂਦੇ ਜੀ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰ ਜਾਂਦੇ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਜਿਹੜੇ ਰਾਹੇ ਸਤਿਗੁਰ ਜਾਂਦੇ, ਬਲਿਹਾਰੇ ਉਹਨਾਂ ਰਾਹਾਂ ਤੋਂ, ਬਲਿਹਾਰੇ ਉਹਨਾਂ ਰਾਹਾਂ ਤੋਂ। ਮਹਾਰਾਜ ਜੀ ਕਹਿੰਦੇ ਉਹ ਤਾਂ ਹੈ ਧੰਨ ਜਿਹੜੇ ਉਹ ਰਸਤੇ ਵਿੱਚ ਜਾਂਦੇ ਨੇ, ਸੇਵਾ ਕਰਦੇ ਨੇ, ਧੰਨ। ਹੁਣ ਇੱਕੋ ਹੀ ਚੀਜ਼ ਦੀ ਘਾਟ ਰਹਿ ਗਈ, ਕਿਉਂਕਿ ਜਦੋਂ ਪ੍ਰਭਾਤ ਫੇਰੇ ਜਾਂਦੇ ਉਹ ਤਾਂ ਥੋੜਾ ਜਿਹਾ ਗਰਮਾ ਗਰਮ ਚੱਲਣਾ ਪੈਂਦਾ, ਪਰ ਜੇ ਡੂੰਘਾਈ ਦੇ ਨਾਲ ਇੱਥੇ ਬੈਠ ਕੇ ਵਿਚਾਰ ਕਰੀ ਜਾਵੇ ਤੇ ਉਦੋਂ ਫਿਰ ਹੌਲੀ 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 ਮਨੁੱਖ ਦੇ ਅੰਦਰ ਪਤਾ ਲੱਗ ਜਾਂਦਾ ਹੈ। ਦੇਖੋ ਇਹ ਗੱਲਾਂ ਬੜੇ ਟਿਕਾ ਦੇ ਨਾਲ ਕਰਨ ਵਾਲੀਆਂ ਨੇ। ਉੱਥੇ ਦਾ ਪ੍ਰਭਾਤ ਫੇਰੀ ਤੁਹਾਨੂੰ ਪਤਾ ਵੀ ਉੱਥੋਂ ਗਰਮਾ ਗਰਮ ਆ ਕੇ ਫੇਰ ਅੱਗੇ ਗਰਮਾ ਗਰਮ, ਕਿਉਂਕਿ ਜੇ ਇਸੇ ਤਰ੍ਹਾਂ ਹੀ ਪ੍ਰਚਾਰ ਕਰੀਏ, ਇਸੇ ਤਰ੍ਹਾਂ ਧਾਰਨਾ ਪੜੀਏ, ਇੰਨੇ 'ਚ ਸੌਂ ਜਾਊਗੀ ਸੰਗਤ, ਫਿਰ ਕਹੂਗੀ ਚਲੋ ਆਰਾਮ ਹੀ ਕਰ ਲਓ। ਪਰ ਪਿਆਰ ਵਿੱਚ ਆ ਕੇ ਦੇਖੋ, ਤੁਰੇ ਜਾਂਦਿਆਂ ਦੀ ਭੀੜ ਜਿਹੜੀ ਆ ਉਹ ਸੰਗਤ ਦੀ ਧੂੜ ਪੈ ਗਈ, ਉਹ ਵੀ ਭਲਾ ਹੈ। ਹੁਣ ਬਸ ਇੱਕੋ ਹੀ ਫਰਕ ਰਹਿ ਗਿਆ। ਮਹਾਰਾਜ ਜੀ ਕਹਿੰਦੇ ਬਾਕੀ ਤਾਂ ਸਾਰਾ ਕੁਝ ਧੰਨ ਹੈ ਮਨੁੱਖ, ਜੇ ਤੇਰੀ ਸੋਚ ਕਿਤੇ ਇਹੋ ਜਿਹੀ ਬਣ ਜਾਵੇ, ਗੁਰੂ ਦੀ ਸੋਚ ਵਰਗੀ ਤੇਰੀ ਸੋਚ ਵੀ ਬਣ ਜਾਵੇ, ਫਿਰ ਵੈਕੁੰਠ ਹੈ। ਉੱਪਰ ਨਹੀਂ ਕੋਈ ਵੈਕੁੰਠ, ਫਿਰ ਇੱਥੇ ਵੈਕੁੰਠ ਹੈ ਸਾਡੇ ਕੋਲੇ। ਤੇ ਕੱਲ ਜਿਉਂਦਾ ਜਾਗਦਾ ਵੈਕੁੰਠ ਦੇਖ ਲਓ, ਇੱਥੋਂ 1 ਵਜੇ ਆਰੰਭ ਹੋ ਗਿਆ ਸੀ। ਉਹ ਵੈਕੁੰਠ ਸੀ, ਭੁੱਲ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਅਸੀਂ ਕਿੱਧਰ ਨੂੰ ਤੁਰ ਜਾਂਦੇ ਹਾਂ। ਇਹ ਨਹੀਂ ਕਿਸੇ ਨੂੰ ਪਤਾ ਵੀ ਅਸੀਂ ਚਰਨਾਂ ਵਿੱਚ ਪੈਰਾਂ ਵਿੱਚ ਜੋੜਾ ਪਾਉਣਾ ਜਾਂ ਨਹੀਂ ਪਾਉਣਾ। ਪਰ ਮਹਾਰਾਜ ਜੀ ਕਹਿੰਦੇ ਇਹ ਤਾਂ ਸੋਚ, ਆ ਤਾਂ ਹੋ ਗਿਆ ਸਾਰਾ ਕੁਝ ਇਕੱਠਾ ਪ੍ਰੇਮ, ਪਰ ਜੇ ਕਿਤੇ ਸੋਚ ਵੀ ਸਾਡੀ ਬਦਲ ਕੇ ਚੰਗੀ ਸੋਚ ਬਣ ਜਾਵੇ, ਵਧੀਆ ਸੋਚ ਬਣ ਜਾਵੇ, ਮਹਾਰਾਜ ਜੀ ਕਹਿਣ ਲੱਗੇ ਫੇਰ ਵੈਕੁੰਠ ਹੈ। ਦੇਖੋ 551 ਸਾਲ ਹੋ ਗਏ ਗੁਰੂ ਨਾਨਕ ਨੂੰ ਜਗ ਸੰਸਾਰ ਤੇ ਆਇਆ, ਤੇ ਅੱਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸੇ ਤਰ੍ਹਾਂ ਸਾਨੂੰ ਜੋੜਿਆ ਹੈ। ਕੁਝ ਕਿ ਮਹਾਰਾਜ ਜੀ ਉਡਾਰ ਹੋਏ, ਜਨਮ ਪੱਤਰੀ ਵੀ ਫਿਰ ਮਹਾਰਾਜ ਦੀ ਤਿਆਰ, 8 ਦਿਨ ਲੱਗ ਗਏ, 8 ਦਿਨ ਲਗਾਤਾਰ। ਨਹੀਂ ਤਾਂ ਉਹ ਬ੍ਰਾਹਮਣ ਜਿਹੜਾ ਆਉਂਦਾ ਹੈ, ਅੱਜ ਪਤਾ ਕਰਿਆ ਵੀ ਕਿੰਨੇ ਵਜੇ ਜਨਮ ਹੋਇਆ, ਕਿੰਨੇ ਵਜੇ ਸਾਰਾ ਕੁਝ ਲਿਖ ਕੇ ਦੂਜੇ ਦਿਨ ਪੁਰਾਣੇ ਸਮੇਂ ਵਿੱਚ, ਤੇ ਅੱਜ ਤਾਂ ਹਸਪਤਾਲ ਵਿੱਚ ਬਣ ਜੇ ਜਨਮ ਡੇਟ ਜਿਹੜੀ ਹੈ। ਪਹਿਲਾਂ ਉਹ ਵਿਦਵਾਨ ਪੰਡਤ ਬਣਾਉਂਦੇ ਤੇ ਲੋਕ ਸੁਖੀ ਸੀ, ਬੜਾ ਮੈਨੂੰ ਮਨ ਵਧੀਆ ਲੱਗਦਾ ਉਹ ਚੀਜ਼ਾਂ ਦੇ ਉੱਤੇ। ਫਿਰ ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਨੂੰ ਕਹਿਣ ਲੱਗੇ ਵੀ ਉਹ ਸਮਾਂ ਦੱਸੋ ਜਦੋਂ ਮਹਾਰਾਜ ਦਾ ਅਵਤਾਰ ਹੋਇਆ। ਬਾਬਾ ਕਲਿਆਣ ਚੰਦ ਜੀ ਮਹਿਤਾ ਕਹਿਣ ਲੱਗੇ ਮੈਨੂੰ ਹੀ ਨਹੀਂ ਉਸ ਗੱਲ ਬਾਰੇ ਪਤਾ। ਕਿਹਨੂੰ ਪਤਾ ਹੈ? ਕਹਿੰਦੇ ਦਾਈ ਦੌਲਤਾਂ ਨੂੰ ਪਤਾ ਹੈ। ਜਦੋਂ ਦਾਈ ਦੌਲਤਾਂ ਨੂੰ ਪੁੱਛਿਆ, ਉਹ ਇਸ ਤਰ੍ਹਾਂ ਬਸ ਟਕਾ ਦੇ ਵਿੱਚ ਆਏ, ਕਿਉਂਕਿ ਇੱਕ ਵਾਰੀ ਦਰਸ਼ਨ ਕਰ ਲਏ ਗੁਰੂ ਦੇ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ, ਉਹ ਆਪਣੀਆਂ ਉਹ ਅਵਸਥਾ ਦੇ ਵਿੱਚ ਪਹੁੰਚ ਗਈ, ਉਸ ਮੰਡਲ ਵਿੱਚ ਪਹੁੰਚ ਗਈ ਜਿਹਨੂੰ ਕਹਿੰਦੇ ਦੱਦਾ ਖਦੂਰ ਬੜੀ ਮੰਜ਼ਿਲ ਫਕੀਰਾਂ ਵਾਲੀ ਮੰਜ਼ਿਲ ਦੇ ਉੱਤੇ ਜਾ
ਕਿੰਨਾ ਸਮਾਂ ਸੀ। ਉਹ ਕਹਿਣ ਲੱਗੀ ਇਸ ਸਮੇਂ ਦਾ ਮਾਲਕ ਉਹ ਆਪ ਹੀ ਆ ਗਿਆ, ਉਹਨੂੰ ਪਤਾ ਸਮੇਂ ਦਾ, ਮੈਨੂੰ ਕੋਈ ਪਤਾ ਹੀ ਨਹੀਂ ਹੈ। ਸੁੱਧ ਬੁੱਧ ਵਿਸਰ ਗਈ, ਭਾਵ ਕੀ ਵੀ ਆਪੇ ਤੋਂ ਬਾਹਰ ਹੋ ਗਈ। ਜਦੋਂ ਮਨੁੱਖ ਆਪੇ ਤੋਂ ਬਾਹਰ ਹੋ ਜਾਵੇ ਉਹਨੂੰ ਪ੍ਰੇਮ ਕਹਿੰਦੇ ਨੇ, ਪਿਆਰ ਕਹਿੰਦੇ ਨੇ ਉਹਨੂੰ। ਸਭ ਕੁਝ ਫਿਰ ਦੌਲਤਾਂ ਦਾਈ ਨੇ ਦੱਸਿਆ ਤੇ ਫਿਰ ਉਸ ਹਰਦਿਆਲ ਪੰਡਤ ਨੇ ਆਖਿਆ ਤੁਹਾਡੇ ਪੁੱਤਰ ਦੀ ਮੈਂ ਜਨਮ ਪੱਤਰੀ ਬਣਾ ਕੇ ਲਿਆਉਂ, ਕਿਉਂਕਿ ਇੱਕ ਤਾਂ ਪਟਵਾਰੀ ਸੀ ਤੇ ਦੂਜਾ ਰਾਏ ਬਲਾਰ, ਜਿੱਥੇ ਗੁਰੂ ਨਾਨਕ ਨੂੰ ਮੱਥਾ ਟੇਕਦਾ ਸੀ ਉੱਥੇ ਆਪਣੇ ਪਟਵਾਰੀ ਨੂੰ ਵੀ ਮੱਥਾ ਟੇਕਦਾ ਸੀ। ਸਮੇਂ ਦਾ ਮਾਲਕ ਹੋਵੇ, ਵੇਖੋ ਧਨਾੜ ਬੰਦਾ। ਉਸ ਪੰਡਤ ਹਰਦਿਆਲ ਦੇ ਮਨ ਵਿੱਚ ਆਇਆ ਇਸ ਪੁੱਤਰ ਦਾ ਵਧੀਆ ਜਿਹਾ ਕੋਈ ਨਾਂ ਰੱਖੀਏ। ਦੇਖ ਕੇ ਸੋਧਦਾ ਰਿਹਾ, ਇੱਕ ਦਿਨ ਦੋ ਦਿਨ। ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਗਏ, ਹਰਦਿਆਲ ਪੰਡਤ ਜੇ ਜੰਤਰੀ ਉਹ ਬਣੀ ਨਹੀਂ, ਜਿਹੜੀ ਜਨਮ ਪੱਤਰੀ ਨਹੀਂ ਮਹਾਰਾਜਾ ਜੀ ਬਣੀ ਨਹੀਂ। ਦੂਜੇ ਦਿਨ ਫੇਰ ਗਏ, ਤੀਜੇ ਦਿਨ ਫੇਰ ਗਏ। ਉਹ ਕਹਿਣ ਲੱਗੇ ਕੋਈ ਮਾਇਆ ਦੀ ਜ਼ਰੂਰਤ ਹੈ, ਲੈ ਮੈਥੋਂ ਗੱਲ ਕਿਹੜੀ ਕਰਦਾ ਤੂੰ? ਨਹੀਂ, ਮਾਇਆ ਦੀ ਕੋਈ ਜ਼ਰੂਰਤ ਨਹੀਂ, ਮਾਇਆ ਦੇਣ ਵਾਲਾ ਆ ਗਿਆ ਜਗ ਸੰਸਾਰ ਦੇ ਉੱਤੇ। ਓਏ ਤੁਹਾਡੀ ਮਾਇਆ 4 ਦਿਨ ਚੱਲੂਗੀ ਸਿਰਫ, ਵੱਧ ਤੋਂ ਵੱਧ ਮਹੀਨਾ ਚੱਲ ਜੂਗੀ, ਇਦੋਂ ਵੱਧ ਕੇ ਕੀ ਕਰੂਗੀ? ਇਧਰੋਂ ਆਈ ਤੇ ਇੱਧਰ ਗਈ। ਦੌਲਤ ਗੁਜਰਾਨ ਹੈ, ਗੁਜ਼ਾਰੇ ਜੋਗੀ ਜ਼ਰੂਰ ਹੋਵੇ, ਜੇ ਵੱਧ ਆ ਗਈ ਫਿਰ ਗੁਰੂ ਤੋਂ ਦੂਰ ਕਰ ਦਿੰਦੀ ਹੈ ਇਹ, ਫਿਰ ਉਧਰਲੇ ਪਾਸੇ ਜੋੜ ਦਿੰਦੀ ਹੈ ਤੇ ਉਸ ਗੁਰੂ ਨੂੰ ਭੁੱਲ ਜਾਂਦਾ ਮਨੁੱਖ। ਦੌਲਤ ਗੁਜਰਾਨ ਹੈ। ਮਹਾਰਾਜ ਜੀ ਕਹਿੰਦੇ ਵੀ ਇਹ ਵੀ ਇੱਕ ਬੱਚਿਆਂ ਦਾ ਖਿਡੌਣਾ ਹੈ। ਮਾਂ ਕੰਮ ਕਰਦੀ ਹੈ, ਬੱਚਾ ਆ ਕੇ ਵਿੱਚ ਉਹ ਜਿਹੜਾ ਹੱਥ ਮਾਰਦਾ ਹੈ, ਮਾਂ ਕਹਿਣ ਲੱਗੀ ਆਹ ਚੱਕ ਖਿਡੌਣਾ, ਉਹਨੂੰ ਫੜਾ ਦਿੰਦੀ ਹੈ ਛੁਣਛਣਾ ਵੀ ਚੱਲ ਤੂੰ ਉੱਧਰ ਖੇਡੀ ਜਾ। ਪਰਮਾਤਮਾ ਕਹਿੰਦੇ ਲੈ ਫਿਰ ਮੈਂ ਤੈਨੂੰ ਦੂਰ ਕਰਨ ਦਾ ਇੱਕੋ ਇੱਕ ਮੇਰੇ ਕੋਲ ਤਰੀਕਾ, ਚੱਕ ਮਾਇਆ, ਤੂੰ ਆਪੇ ਭੁੱਲ ਜਾਏਗਾ, ਪਰਲੇ ਪਾਸੇ ਹੋ ਜਾਏਗਾ। ਇਹ ਤਾਂ ਰੱਬ ਤੋਂ ਦੂਰ ਕਰਨ ਵਾਸਤੇ ਇੱਕ ਦੇਖੋ ਇਹੋ ਜੀ ਮਾਇਆ ਬਣਾਈ ਹੈ ਪਰਮਾਤਮਾ ਨੇ, ਪਰ ਉਹਦੀ ਮਾਇਆ ਦੀ ਸਮਝ ਨਹੀਂ ਕਿਸੇ ਨੂੰ ਆਉਂਦੀ। ਪੈਸਾ ਨਹੀਂ ਇਕੱਲੇ ਮਾਇਆ, ਧੀਆਂ ਪੁੱਤਰ ਵੀ ਮਾਇਆ ਹੈ, ਮਕਾਨ ਦੌਲਤ ਇਹ ਵੀ ਸਾਰੀ ਮਕਾਇਆ ਹੈ, ਕੱਪੜੇ ਪਾਉਣ ਵਾਲੇ ਇਹ ਵੀ ਇੱਕ ਮਾਇਆ ਹੈ। ਆਹ ਕੱਪੜੇ ਪਾ ਕੇ ਵੀ ਤਨ ਢਕਿਆ ਗਿਆ ਜਿਹੜੇ ਸਾਡੇ ਪਾਏ ਹੋਏ ਨੇ। ਇੱਕ ਉਹ ਵੀ ਹੈ, ਜਿਵੇਂ ਅਸੀਂ ਸੰਗਰੂਰ ਇੱਕ ਵਾਰ ਦਾ ਜ਼ਿਕਰ, ਅਸੀਂ ਵਸਤਰ ਲੈਣ, ਕਿਸੇ ਸੰਤਾਂ ਦਾ ਜਨਮ ਦਿਨ ਸੀ, ਉਹਨਾਂ ਵਾਸਤੇ ਅਸੀਂ ਕੱਪੜੇ ਲੈਣ ਲੱਗੇ ਸੰਗਰੂਰ। ਵਧੀਆ ਇੱਕ ਸ਼ੀਸ਼ੇ ਜਿਹੇ ਲੱਗੇ ਹੋਏ, ਉਹਦੇ ਵਿੱਚ ਬੱਲਬ ਲੱਗੇ, ਅੰਦਰ ਲਾਈਟ, ਦਿਨ ਚੜ੍ਹਿਆ ਪਿਆ ਹਨੇਰੇ ਦੇ ਵਿੱਚ ਵੀ ਪੂਰਾ। ਮੈਨੂੰ ਇਹ ਮੁੰਡਾ ਕਹਿਣ ਲੱਗਿਆ ਆਪਾਂ ਉਹਨਾਂ ਵਾਸਤੇ ਵੀ ਉਹ ਟਕਸਾਲੀ ਨੇ ਖੱਦਰ ਪਾਉਣਗੇ, ਵਧੀਆ ਖੱਦਰ ਦਾ ਕੱਪੜਾ। ਮੈਂ ਕਿਹਾ ਚਲੋ, ਅਸੀਂ ਕਿਹਾ ਉਹਨੂੰ ਕभी ਖੱਦਰ ਕੱਢ ਦੇ ਭਰਾਵਾ। ਉਹਨੇ ਲਿਆ ਕੇ ਥਾਨ ਸਾਡੇ ਮੂਹਰੇ ਮਾਰਿਆ ਖੱਦਰ ਦਾ, ਚੱਕੋ ਜੀ ਕਿੰਨਾ ਕੱਪੜਾ ਲੱਗ ਜੂ? ਮੈਂ ਕਿਹਾ ਵੀ 5 ਮੀਟਰ। ਮੈਂ ਕਿਹਾ ਪਹਿਲਾਂ ਦੱਸਦਾ ਦੇ ਰੇਟ ਕੀ? ਕੋਈ ਨਹੀਂ, ਕਹਿੰਦਾ ਤੁਹਾਡੇ ਨਾਲ ਕਿਹੜਾ ਰੇਟ ਬਾਬਾ ਜੀ ਬੰਡਿਆ ਹੋਇਆ? ਕਹਿੰਦਾ ਮੈਂ ਕਿਹਾ ਨਹੀਂ ਮਾੜਾ ਜਿਹਾ ਤਾਂ ਦੱਸ ਦੇ। ਕਹਿੰਦਾ 2500 ਰੁਪਏ ਮੀਟਰ ਹੈ ਇਹ, ਕਹਿੰਦਾ ਕੱਪੜਾ 1 ਮੀਟਰ 2500 ਦਾ। ਮੈਂ ਕਿਹਾ ਜੀ ਤਾਂ 2500 ਚ ਸਾਰਿਆਂ ਦੇ ਕੱਪੜੇ ਲੈ ਲਾਂਗੇ, ਇਹਦੀ ਲੋੜ ਨਹੀਂ। ਕਹਿਣ ਤੋਂ ਭਾਵ ਇੱਕ ਇਹ ਵੀ ਕੱਪੜਾ ਜਿਹੜਾ ਤਨ ਢੱਕਣ ਵਾਸਤੇ, ਵੈਸੇ ਤਨ ਹੀ ਢੱਕਣਾ ਉੱਪਰਲਾ, ਇੱਕ ਉਹ ਮਹਿੰਗੇ ਤੋਂ ਮਹਿੰਗਾ ਵਸਤਰ ਪਾ ਕੇ, ਪਰ ਸੋਚ ਹੈ ਇਹਦੇ ਵਿੱਚ ਇੱਕ ਮਨੁੱਖ ਦੀ। ਇੱਥੇ ਸੋਚ ਲਓ ਵੀ ਤਨ ਹੀ ਢੱਕਣਾ, ਇਹਦੇ ਨਾਲ ਹੋਰ ਕੀ ਕਰਨਾ ਹੈ। ਇੱਕ ਉਹ ਮਹਿੰਗਾ ਕੱਪੜਾ ਵੀ ਤਨ ਢੱਕ ਦੂਗਾ, ਇੱਕ ਆਹ ਕੱਪੜਾ ਵੀ ਤਨ ਢੱਕ। ਜਦ ਮਨੁੱਖ ਦੀ ਸੋਚ ਬਦਲ ਗਈ ਨਾ, ਫਿਰ ਕੱਪੜਿਆਂ ਦੀ ਗੱਲ ਨਹੀਂ ਹੈ, ਬਸ ਸੋਚ ਤੇ ਹਰ ਇੱਕ ਚੀਜ਼ ਜਿਹੜੀ ਡਿਪੈਂਡ ਰੱਖਦੀ ਹੈ। ਗੁਰੂ ਨਾਨਕ ਬਾਬਾ ਕਹਿਣ ਲੱਗਿਆ ਤੂੰ ਮਨੁੱਖ ਆਪਣੀ ਸੋਚ ਬਦਲ ਲੈ, ਚੰਗੀ ਸੋਚ ਬਣਾ ਲੈ। ਜਦੋਂ ਤੇਰੀ ਸੋਚ ਚੰਗੀ ਬਣ ਗਈ ਫਿਰ ਤੂੰ ਇੱਕ ਮਹਾਨ ਮਨੁੱਖ ਬਣ ਜਾਏਗਾ, ਉਹਨਾਂ ਵਿੱਚ ਤੇਰੀ ਗਿਣਤੀ ਆ ਜਾਊਗੀ ਵੀ ਇੱਕ ਮਹਾਨ ਹੈ। ਹੋਰ ਨਹੀਂ ਕੋਈ ਇਸ ਤਰ੍ਹਾਂ ਨਹੀਂ, ਕੋਈ 4 ਪੈਸੇ ਦੇ ਕੇ ਮਨੁੱਖ ਮਹਾਨ ਨਹੀਂ ਬਣਦਾ ਹੁੰਦਾ, ਉਹਦੇ ਗੁਣਾਂ ਤੋਂ ਵੇਖਿਆ ਜਾਂਦਾ ਵੀ ਇਹਦੇ ਵਿੱਚ ਸ਼ੁਭ ਗੁਣ ਹੈ, ਮਹਾਨ ਹੈ। ਤੇ ਉਹ 8 ਦਿਨ ਲਾਤੇ। ਬਾਬਾ ਜੀ ਕਹਿਣ ਲੱਗੇ, ਬਾਬਾ ਜੀ ਦੇ ਪਿਤਾ ਵੀ ਜੇ ਮਾਇਆ ਦੀ ਲੋੜ ਹੈ ਲੈ ਲੈ ਯਾਰ ਤੂੰ ਛੇਤੀ ਬਣਾ ਦੇ ਜਨਮ ਪੱਤਰੀ। ਉਹ ਕਹਿੰਦਾ ਜਨਮ ਪੱਤਰੀ ਮੈਂ ਆਮ ਮਨੁੱਖ ਦੀ ਨਹੀਂ ਬਣਾ ਰਿਹਾ, ਮੈਂ ਉਸ ਰੱਬ ਦੀ ਜਨਮ ਪੱਤਰੀ ਬਣਾਉਣ ਵਾਸਤੇ ਮੈਨੂੰ ਬੜੇ ਸਮੇਂ ਦੀ ਲੋੜ ਹੈ। ਮੈਂ ਤਾਂ ਇਉਂ ਸੋਚੀ ਜਾਂਦਾ ਵੀ ਉਹਨਾਂ ਦਾ ਆਗਮਨ ਪੁਰਬ ਹੋਇਆ ਵੀ ਉਹ ਦੌਲਤਾਂ ਕਹਿੰਦੀ ਮੈਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਜਨਮ ਹੋਇਆ ਬਾਬੇ ਦਾ। ਦੌਲਤਾਂ ਕਹਿਣ ਲੱਗੀ ਮੇਰੀ ਸਮਾਧੀ ਲੱਗ ਗਈ ਤੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਪਿਆ ਸੀ। ਫਿਰ ਭਾਈ ਗੁਰਦਾਸ ਜੀ ਕਹਿੰਦੇ ਮਾਤਾ ਦੇ ਉਹ ਗਰਭ ਵਿੱਚ ਦੀ ਨਹੀਂ ਆਏ, ਕਿਉਂ? ਸਤਿਗੁਰੂ ਨਾਨਕ ਪ੍ਰਗਟਿਆ। ਕਹਿੰਦੇ ਪ੍ਰਗਟੇ। ਹੋਰ ਸਾਰੇ ਗੁਰੂਆਂ ਦੇ ਅਵਤਾਰ ਦਿਹਾੜੇ ਇਸ ਤਰ੍ਹਾਂ ਉਹ ਦੁਨਿਆਵੀ ਤੌਰ ਤੇ
ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਉਂਕਿ ਉਹ ਦਰਗਾਹ ਦੇ ਵਿੱਚੋਂ ਧੁਰ ਦਰਗਾਹ ਚੋਂ ਆਏ ਸਨ, 8ਵੇਂ ਦਿਨ ਲਿਆ ਕੇ ਜਨਮ ਪੱਤਰੀ, 8 ਦਿਨਾਂ ਬਾਅਦ ਲਿਆ ਕੇ ਜਨਮ ਪੱਤਰੀ ਧਰ ਕੇ ਮੱਥਾ ਟੇਕ ਦਿੱਤਾ। ਕਹਿੰਦੇ ਦੱਸ ਤਾਂ ਦੇ, ਕਹਿੰਦੇ ਤੇਰੇ ਇਸ ਪੁੱਤਰ ਦਾ ਨਾਂ ਨਾ ਅੱਜ ਤੋਂ ਨਾਨਕ ਰੱਖਿਆ। ਹਰ ਜਿਹੜਾ ਕੋਈ ਨਾ ਕੋਈ ਨਾਂ ਰੱਖਦਾ ਉਹਦੇ ਵਿੱਚ ਭਾਵ ਹੁੰਦਾ, ਕੋਈ ਨਾ ਕੋਈ ਭਾਵ। ਕਿ ਜਦੋਂ ਅਸੀਂ ਸਾਡੇ ਘਰ ਬੱਚਾ ਪੈਦਾ ਹੋਇਆ ਸੀ, ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਾਉਣੇ ਨੇ ਵੀ ਮਹਾਰਾਜ ਅਰਦਾਸ ਕਰੋ, ਸਿੱਖਾਂ ਨੂੰ ਕਹਿੰਦੇ ਆ ਗ੍ਰੰਥੀ ਸਿੰਘ ਨੂੰ ਅਰਦਾਸ ਕਰੋ ਜੀ ਸਾਡੇ ਪੁੱਤਰ ਦਾ ਨਾਂ ਰੱਖਣਾ ਸੀ। ਫਿਰ ਜਿਹੜਾ ਗੁਰੂ ਦਾ ਪਹਿਲਾ ਅੱਖਰ ਆ ਗਿਆ ਨਾ ਹੁਕਮਨਾਮੇ ਦਾ, ਸੀ ਉਹ ਤੋਂ ਨਾਂ ਰੱਖਦੇ ਆ, ਜੁੜ ਗਿਆ ਗੁਰੂ ਦੇ ਨਾਲ। ਦੇਖੋ ਜਦੋਂ ਉਹਦਾ ਨਾਂ ਲਵਾਂਗੇ ਪਹਿਲਾ ਅੱਖਰ ਗੁਰੂ ਦਾ ਆਊਗਾ, ਗੁਰੂ ਚੇਤੇ ਆਊਗਾ। ਸੱਚੇ ਪਾਤਸ਼ਾਹ ਇਹ ਦਾਤ ਤੇਰੀ ਸੀ, ਇਹ ਦਾਤ ਤੇਰੀ ਦਿੱਤੀ ਹੋਈ ਹੈ। ਗੁਰੂ ਦੇ ਅੱਖਰ ਭਾਵ ਅੱਜ ਤਾਂ ਚਲੋ ਕੋਈ ਤਾਂ ਅਖਬਾਰਾਂ 'ਚ ਪੜ੍ਹ ਕੇ ਕਈ ਫਿਰ ਫੋਨ ਕਰਦੇ ਨੇ ਦੂਰ ਦੂਰ ਤੱਕ, ਅਸੀਂ ਪੁੱਤਰ ਦਾ ਨਾਂ ਰੱਖਣਾ, ਬੋਲੋ ਕੀ ਰੱਖੀਏ। ਪਰ ਗੁਰੂ ਦਾ ਸਿੱਖ ਹੈ ਜਿਹੜਾ ਨਾ ਗੁਰੂ ਦੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਨਾਂ ਰੱਖਦਾ, ਉਹ ਕਹਿੰਦਾ ਤੇਰੇ ਪੁੱਤਰ ਦਾ ਨਾਂ ਅੱਜ ਤੋਂ ਨਾਨਕ ਹੈ, ਨਾ ਅਨਕ ਅਨੇਕਤਾ ਤੋਂ ਰਹਿਤ ਹੈ। ਭਾਵ ਦੁਨੀਆ ਤੋਂ ਇੱਕ ਨਿਰਾਲਾ ਹੈ ਤੇਰਾ ਪੁੱਤਰ, ਅਨੇਕਤਾ ਤੋਂ ਰਹਿ ਭਰਮ ਭੇਤੇ ਰਹਿ ਨਿਆਰਾ, ਤੇਰੇ ਪੁੱਤਰ ਦਾ ਨਾਮ ਇਹ ਰੱਖਿਆ ਗਿਆ ਹੈ। ਤੇ ਉਧਰ ਵੱਡੀ ਭੈਣ ਬੇਬੇ ਨਾਨਕੀ, ਤੇ ਇਧਰ ਮਹਾਰਾਜ 5 ਸਾਲ ਛੋਟੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। 8 ਦਿਨ ਫਿਰ ਉਹ ਸਮਾਂ ਆ ਗਿਆ, ਕਹਿਣ ਲੱਗੇ ਵੀ ਇਹਨਾਂ ਨੂੰ ਹਿੰਦੂ ਧਰਮ ਦੇ ਵਿੱਚ ਲਿਆਂਦਾ ਜਾਵੇ। ਪੰਡਤ ਹਰਦਿਆਲ ਆ ਗਿਆ, ਆ ਕੇ ਆਪਣਾ ਉਹ ਸਮਾਨ ਲਿਆਂਦਾ ਸਾਰਾ, ਵੀ ਇਹਨਾਂ ਨੂੰ ਜਨੇਊ ਧਾਰਨ ਕਰਾਉਣਾ ਜਿਹੜਾ ਉਹ ਨਾ, ਤੇ ਸਾਰੀ ਸਮੱਗਰੀ ਆ ਗਈ। ਸਾਰੇ ਜਿਵੇਂ ਆਪਾਂ ਚੱਠ ਕਹਿੰਦੇ, ਮਹੂਰਤ ਕਹਿੰਦੇ ਆ, ਜਨਮ ਦਿਨ ਕਹਿੰਦੇ ਆ, ਬੱਚੇ ਦਾ ਜਨਮ ਦਿਨ ਮਨਾਉਣਾ ਆਪਾਂ ਸਾਰੇ ਨੇ, ਇਕੱਠ ਬੜਾ ਘਰ ਦੇ ਵਿੱਚ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਪਤਾ ਲੱਗ ਗਿਆ, ਪੰਡਤ ਹਰਦਿਆਲ ਆ ਗਿਆ, ਮੈਨੂੰ ਹਿੰਦੂ ਧਰਮ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਸਾਹਮਣੇ ਬੈਠ ਗਿਆ, ਮਹਾਰਾਜ ਨੂੰ ਚੌਂਕੀ ਉੱਤੇ ਉਠਾਇਆ ਗਿਆ, ਬੇਬੇ ਨਾਨਕੀ, ਮਾਤਾ ਤ੍ਰਿਪਤਾ ਜੀ ਇਸ ਤਰ੍ਹਾਂ ਧਰਤੀ ਉੱਤੇ ਪੈ। ਇੱਕ ਤਾਂ ਬਸ ਦੁਨੀਆ ਦੇ ਨਾਲੋਂ ਉਹ ਇੱਕ ਵੱਖਰੇ, ਉਹਨਾਂ ਦਾ ਚਿਹਰਾ ਮੋਹਰਾ ਵੱਖਰਾ, ਰੱਬੀ ਅਵਤਾਰ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਗੁਰੂ ਸਾਹਿਬ ਇਸ ਜਗ ਸੰਸਾਰ ਤੇ ਮਾਤ ਲੋਕ ਤੇ। ਕਹਿਣ ਲੱਗੇ, ਚੌਂਕੜਾ ਮਾਰ ਕੇ ਬਹਿ ਗਏ ਬਾਬਾ, ਚੰਗਾ ਵਧੀਆ ਬਸਤਰ ਪਾ ਤੇ ਇਸ਼ਨਾਨ ਧਿਆਨ ਕਰ ਲਿਆ। ਜਦੋਂ ਪੰਡਤ ਉਹ ਲਿਆ ਕੇ ਵੱਟ ਕੇ ਧਾਗੇ ਦਾ ਜਨੇਊ ਪਾਉਣ ਲੱਗੇ ਨਾ ਮਹਾਰਾਜ ਦੀ, ਕਹਿੰਦੇ ਪੰਡਤ ਜੀ ਇਹ ਕੀ ਹੈ? ਕਹਿੰਦੇ ਜਨੇਊ ਹੈ, ਆਪਣੇ ਧਰਮ ਦਾ ਜਿਹੜਾ ਰਿਵਾਜ ਹੈ ਉਹ ਹੈ। ਬਾਬਾ ਜੀ ਨੇ ਹੱਥ ਵਿੱਚ ਫੜ ਲਿਆ ਬਾਬੇ ਨਾਨਕ, ਕਹਿੰਦੇ ਤਾਂ ਕਪਾਹ ਦਾ ਵੱਟਿਆ ਹੋਇਆ। ਕਹਿੰਦੇ ਹਾਂ। ਪੰਡਤ ਜੀ ਪਹਿਲੀ ਗੱਲ ਇਹ ਦੱਸੋ ਇਹ ਟੁੱਟਦਾ ਤਾਂ ਨਹੀਂ? ਕਹਿੰਦੇ ਟੁੱਟ ਜੂਗਾ, ਤੁਹਾਡੇ 7 ਗੱਠਾਂ ਜਿਹੜਾ ਨਾ ਉਹ 7 ਲੜੀਆਂ ਵਾਲਾ ਬਣਾ ਕੇ ਪਏ ਆ। ਆਮ ਜਿਹੜੇ ਹੁੰਦੇ ਜਾਂ 2 ਦਾ ਜਾਂ 1 ਦਾ, ਸ਼ੂਦਰ ਜਿਹੜੇ ਇੱਕ ਦਾ ਪਾਇਆ ਜਾਂਦਾ ਸੀ ਉਹਨਾਂ ਸਮੇਂ ਦੀ ਗੱਲ, ਜਦੋਂ ਮਨੂ ਸਿਮਰਤੀਆਂ ਲਿਖੀਆਂ ਸਾਨੂੰ ਅੱਡ ਅੱਡ ਮਜਮਾ ਵਿੱਚ ਵੰਡ ਦਿੱਤਾ। ਕਹਿੰਦੇ ਤੁਹਾਡੇ 7 ਲੜੀਆਂ ਦਾ ਇਹ ਵੱਟ ਕੇ ਪਾਇਆ ਮੈਂ। ਬਾਬਾ ਜੀ ਕਹਿੰਦੇ ਤਾਂ ਮੈਲਾ ਵੀ ਹੋ ਜਾਊਗਾ, ਚਿੱਟੇ ਰੰਗ ਦਾ, ਇਹ ਤਾਂ 2 ਦਿਨਾਂ ਚ ਮੈਲਾ ਹੋ ਜੂ। ਕਹਿੰਦੇ ਕੋਈ ਨਹੀਂ ਫਿਰ ਧੋ ਲਈ। ਮਹਾਰਾਜ ਕਹਿਣ ਲੱਗੇ ਤਾਂ ਟੁੱਟ ਵੀ ਜਾਊਗਾ। ਕਹਿੰਦੇ ਜਦੋਂ ਟੁੱਟ ਗਿਆ ਤਾਂ ਮੈਨੂੰ ਸੁਨੇਹਾ ਭੇਜ ਦਿਓ, ਮੈਂ ਵੱਟ ਕੇ ਇੱਕ ਹੋਰ ਪਾ ਦੂੰਗਾ, ਫਿਰ ਕੀ ਗੱਲ ਹੈ। ਬਾਬਾ ਜੀ ਕਹਿਣ ਲੱਗੇ ਜੇ ਮੈਂ ਇਹਨੂੰ ਅੱਗ ਤੇ ਧਰ ਕੇ ਦੇਖਾਂ? ਕਹਿੰਦੇ ਤਾਂ ਮੱਚ ਵੀ ਜਾਊਗਾ। ਕਹਿੰਦਾ ਹਾਂ ਫਿਰ ਕੋਈ ਨਹੀਂ, ਫਿਰ ਹੋਰ ਬਣਾ ਕੇ ਪਾ ਦਾਂਗੇ। ਸਾਰਾ ਕੁਝ ਕਹਾ ਲਿਆ ਬਾਬੇ ਨੇ। ਵਕਤੇ ਅਖੀਰ ਬਾਬਾ ਕਹਿਣ ਲੱਗਿਆ ਮੈਂ ਨਹੀਂ ਪਾਉਂਦਾ ਇਹ ਜਨੇਊ, ਮੈਂ ਨਹੀਂ ਪਾਉਂਦਾ। ਪਿਤਾ ਬਾਬਾ ਕਲਿਆਣ ਚੰਦ ਜੀ ਮਹਿਤਾ ਰਾਏ ਬਲਾਰ ਬੈਠਾ ਹੈ। ਕਹਿੰਦੇ ਬੇਟਾ ਬੱਚਾ ਪੁੱਤਰਾ ਕਿਉਂ ਨਹੀਂ ਪਾਉਂਦਾ? ਕਹਿੰਦੇ ਜਿਹੜਾ ਟੁੱਟ ਜੇ, ਜਿਹੜਾ ਮੈਲਾ ਹੋ ਜੇ, ਜਿਹੜਾ ਅੱਗ ਲਾ ਕੇ ਛੜ ਜਾਵੇ, ਉਹ ਇਹੋ ਜਿਹੇ ਜਨੇਊ ਤੋਂ ਮੈਂ ਕੀ ਲੈਣਾ ਹੈ। ਪੰਡਤ ਹਰਦਿਆਲ ਕਹਿਣ ਲੱਗਿਆ ਬੱਚਾ ਛੋਟਾ ਜਿਹਾ, ਗੱਲਾਂ ਕਿਹੋ ਜਿਹੀਆਂ ਕਰਦਾ ਹੈ, ਛੋਟਾ ਹੀ ਅਜੇ ਤਾਂ ਨਿੱਕਾ ਜਿਹਾ, ਦੇਤਾ ਗਿਆਨ ਪਹਿਲੇ ਦਿਨ। ਕਹਿੰਦੇ ਉਹ ਇਹ ਨਹੀਂ ਪਾਉਣਾ, ਜੇ ਤੇਰੇ ਕੋਲੇ ਹੈ ਤਾਂ ਉਹ ਪਾ, ਹਈ ਤਾਂ ਪਾਂਡੇ ਘੱਤ। ਜਦੋਂ ਇਹ ਕਹਿਣਾ ਹੈਗਾ ਤੇਰੇ ਕੋਲੇ ਅੱਜ ਨਾ ਹਈ ਤੋਂ ਭਾਵ ਹੈਗਾ, ਕਹਿੰਦਾ ਕਿਹੜਾ? ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਆਸਾ ਦੀ ਵਾਰ ਦੇ ਵਿੱਚ ਸ਼ਲੋਕ ਉਚਾਰਨ ਕਰਿਆ। ਕਹਿੰਦੇ ਦਇਆ ਕਪਾ
ਦਇਆ ਦੀ ਕਪਾਹ ਲੈ ਕੇ ਆ, ਤੇਰੀ ਹੰਕਾਰ ਦੀ ਹੈ ਜਿਹੜਾ ਸੂਤ ਬਣਾਇਆ ਹੋਇਆ, ਇਹਦੇ ਵਿੱਚ ਹੰਕਾਰ ਹੈ। ਕੀ ਬੋਲਦਾ ਇਹਦੇ ਵਿੱਚ? ਮੈਂ 7 ਲੜੀਆਂ ਦਾ ਵੱਟ ਕੇ ਪਾਉਂਗਾ, ਮੈਨੂੰ ਤ੍ਰਿਪਤਾ ਜੀ ਜਿਹੜੀ ਮਾਤਾ ਹੈ, ਪਿਤਾ ਬਾਬਾ ਕਲਿਆਣ ਚੰਦ ਵੱਧ 4 ਪੈਸੇ ਦੇ ਦੇਣਗੇ। ਇਹਦੇ ਵਿੱਚ ਆ ਬੋਲਦਾ ਤੇਰੇ ਜਨੇਊ ਦੇ ਵਿੱਚ। ਕਹਿੰਦੇ ਤੇਰੇ ਕੋਲ ਹੈਗਾ ਕਿਹੜਾ? ਦਇਆ ਕਪਾਹ, ਸੰਤੋਖ ਸੂਤ। ਸੰਤੋਖ ਦਾ ਸੂਤ ਲਿਆ ਕੇ, ਜੱਤ ਗੰਢੀ, ਜੱਤ ਦੀਆਂ ਗੰਢਾਂ, 7 ਦਾ ਵੱਟ, ਜੱਤ ਗੰਢੀ 7 ਵੱਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ। ਕਹਿੰਦੇ ਤੇਰੇ ਕੋਲ ਆ ਹੈਗਾ? ਚੁੱਪ ਕਰ ਗਿਆ ਬ੍ਰਹਮ, ਕਿਉਂਕਿ ਉਹਦੀ ਸੋਚ ਥੱਲੇ ਸੀ, ਬਾਬੇ ਦੀ ਸੋਚ ਬੜੀ ਉੱਚੀ ਸੀ। ਕਹਿੰਦੇ ਹੈਗਾ ਇਹ? ਉਹ ਕਹਿੰਦਾ ਨਾਨਕ ਇਹ ਤਾਂ ਮੇਰੇ ਕੋਲ ਹੈ ਨਹੀਂ। ਲੈ ਜਾ, ਕਹਿੰਦੇ ਫਿਰ ਮੋੜ ਕੇ, ਮੈਂ ਨਹੀਂ ਪਾਉਣਾ। ਛੋਟੀ ਜੀ ਬਸਤਾ ਹੈ 5-6 ਸਾਲ ਦੀ। ਜੇ ਤਾਂ ਤੇਰੇ ਕੋਲ ਇਹ ਹੈਗਾ ਤਾਂ ਪਾ ਦੇ, ਜੇ ਇਹ ਤੇਰੇ ਕੋਲੇ ਨਹੀਂ ਹੈ ਤਾਂ ਇਹ ਜਨੇਊ ਮੈਂ ਨਹੀਂ ਪਾਉਣਾ। ਰਾਏ ਬਲਾਰ ਦੇਖ ਕੇ ਹੈਰਾਨ ਹੋ ਗਿਆ, ਸੱਚਮੁੱਚ ਉਹ ਇਹ ਤਾਂ ਉਹੀ ਹੈ। ਤੇ ਫਿਰ ਰਾਏ ਬਲਾਰ ਖੜਾ ਹੋ ਗਿਆ, ਪੰਡਤ ਨੂੰ ਕਹਿਣ ਲੱਗਿਆ, ਜਾ ਇਹ ਤਾਂ ਜਨੇਊ ਪਾਉਣ ਵਾਲਾ ਹੈ, ਇਹ ਪਤਾ ਕੌਣ ਹੈ? ਰਾਏ ਬਲਾਰ ਦੇ ਮੁਖ ਰਾਜਾ ਹੋਵੇ, ਧਨਾੜ ਬੰਦਾ ਹੋਵੇ, ਮੌਕੇ ਦਾ ਮਾਲਕ ਹੋਵੇ, ਪ੍ਰਧਾਨ ਮੰਤਰੀ ਕਹਿ ਲਓ ਵੀ ਉਹ ਇੰਨੀ ਚਲਦੀ ਹੋਵੇ ਉਸ ਬੰਦੇ ਦੀ। ਤੇ ਇੱਕ ਪਿਤਾ ਬਾਬਾ ਕਲਿਆਣ ਚੰਦ ਦੇ ਪੁੱਤਰ ਨੂੰ ਹੱਥ ਬੰਨ ਕੇ ਇੱਕ ਮੁਸਲਮਾਨ ਬੰਦੇ ਨੇ ਕਹਿ ਦਿੱਤਾ, ਉਹ ਕਹਿੰਦਾ ਕਿ ਅਜੀ ਜੋਤ ਨਰੰਜਨੀ ਆਈ, ਦਰਸ਼ਨ ਕਰ ਲੋ, ਦਰਸ਼ਨ ਕਰ ਲੋ। ਜੋਤ ਨਰੰਜਨੀ ਆਈ, ਦਰਸ਼ਨ ਕਰ ਲੋ, ਦਰਸ਼ਨ ਕਰ ਲੋ। ਜੋਤ ਨਰੰਜਨੀ ਆ ਗਈ, ਦਰਸ਼ਨ ਕਰ ਲੋ, ਦਰਸ਼ਨ ਕਰ ਲੋ। ਜੋਤ ਨਰੰਜਨੀ ਆ ਗਈ, ਦਰਸ਼ਨ ਕਰ ਲੋ, ਦਰਸ਼ਨ ਕਰ ਲੋ। ਜੋਤ ਨਰੰਜਨੀ ਆ ਗਈ, ਦਰਸ਼ਨ ਕਰ ਲੋ, ਦਰਸ਼ਨ ਕਰ ਲੋ। ਜੋਤ ਨਰੰਜਨੀ ਆ ਗਈ, ਦਰਸ਼ਨ ਕਰ ਲੋ, ਦਰਸ਼ਨ ਕਰ ਲੋ। ਇਹ ਇਲਾਹੀ ਜੋਤ ਹੈ। ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਕਹਿਣ ਲੱਗੇ, ਰਾਏ ਬਲਾਰ ਮੈਂ ਤੈਨੂੰ ਕਿਹਾ ਸੀ ਪਰ ਤੂੰ ਪਛਾਣਦਾ ਨਹੀਂ, ਕਿਉਂਕਿ ਤੇਰੇ ਘਰ ਆਇਆ ਨਾ, ਤੈਨੂੰ ਪਛਾਣ ਨਹੀਂ ਹੈ। ਜਿੱਦੇ ਤੈਨੂੰ ਪਛਾਣ ਹੋਗੀ, ਤੈਨੂੰ ਸ਼ਰਧਾ ਵੱਜ ਦੂ ਤੇ ਉਹਦੇ ਤੈਨੂੰ ਪਤਾ ਲੱਗ ਜੂ ਕੌਣ ਹੈ। ਪਰ ਤੂੰ ਹੈ ਪਿਤਾ ਤੇ ਇਹ ਤੇਰੇ ਪੁੱਤਰ ਬਣ ਕੇ ਆਏ ਨੇ, ਤੈਨੂੰ ਸ਼ਰਧਾ ਬੰਨਣੀ ਨਹੀਂ ਦੇਣੀ, ਤੈਨੂੰ ਪਤਾ ਹੀ ਲੱਗਣ ਦੇਣਾ ਇਹਨਾਂ ਨੇ। ਪਰ ਰਾਏ ਬਲਾਰ ਦੀ ਅੱਖ ਨੇ ਪਛਾਣ ਲਿਆ, ਇਹ ਮੱਕੇ ਦਾ ਮਾਲਕ ਆ ਗਿਆ ਚੱਲ ਕੇ, ਇਹ ਖੁਦ ਖੁਦਾ ਆ ਗਿਆ ਚੱਲ ਕੇ ਮੇਰੀ ਤਲਵੰਡੀ ਤੇ। ਉਹ ਮੇਰੀ ਤਲਵੰਡੀ ਦੇ ਅੱਜ ਭਾਗ ਜਾਗ ਪਏ। ਦੇਖੋ ਅਵਤਾਰ ਧਾਰਨ ਕਰਿਆ ਰਾਏ ਭੋਜ ਦੀ ਤਲਵੰਡੀ ਤੇ ਅਵਤਾਰ ਦਿਹਾੜਾ, ਜਨਮ ਦਿਹਾੜਾ ਆਪਾਂ ਮਨਾਇਆ ਕੱਲ ਇੱਥੇ। ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ, ਭਾਵੇਂ ਠੀਕ ਹੈ, ਉਹਦੇ ਵਿੱਚ ਕੋਈ ਵੀ ਮਕਸਦ ਸਮਝ ਲਓ। ਅੱਡੋ ਅੱਡੀ ਮੈਂ ਇਹੀ ਗੱਲ ਕਰਦਾ, ਸੇਵਾ ਸਭ ਨੇ ਕਰੀ ਹੈ ਪਰ ਸੋਚ ਵੱਖੋ ਵੱਖਰੀ ਸੀ ਸਭ ਦੀ। ਇਹ ਸੋਚ ਨੂੰ ਇਕੱਠਾ ਕਰਨ ਵਾਸਤੇ ਬਾਬੇ ਨੇ ਕਿਹਾ, ਇਹ ਸੋਚ ਨਾ ਰੱਖਿਓ, ਸੋਚ ਬਣਾਇਓ ਇੱਕ, ਤੁਹਾਡੀ ਇੱਕ ਸੋਚ ਹੋ ਜਾਵੇ। ਭਗਵਾਨ ਵਾਲਮੀਕ ਜੀ ਨੇ ਕਿਹਾ ਸੀ, ਇਕੱਠਾ ਕਰਤਾ ਸਾਰਾ ਕੁਝ ਹੱਥ ਮਾਰ ਕੇ, ਕਹਿੰਦੀ ਲੈ ਖਾਣਾ ਵੀ ਨਹੀਂ ਆਉਂਦਾ ਇਹਨੂੰ ਤਾਂ। ਉਹ ਕਹਿੰਦੇ ਖਾਣਾ ਤਾਂ ਆਉਂਦਾ ਹੈ, ਮੈਨੂੰ ਪਤਾ ਹੈ ਸਭ ਕੁਝ, ਐਸੀ ਗੱਲ ਨਹੀਂ, ਸਭ ਕੁਝ ਮੈਨੂੰ ਪਤਾ ਹੈ, ਪਰ ਮੈਂ ਤਾਂ ਇਹ ਦੇਖਦਾ ਸੀ ਤੁਹਾਡੇ ਜਿਹੜੇ ਮਨ ਨੇ ਨਾ ਉਹ ਵੱਖੋ ਵੱਖਰੇ ਨੇ। ਇਹਨਾਂ ਨੂੰ ਇਕੱਠੇ ਕਰਨ ਵਾਸਤੇ ਮੈਂ ਜੱਗ ਕਰਿਆ, ਤੁਸੀਂ ਜ਼ਰੂਰ ਬਹੁਤ ਵੱਡਾ ਜੱਗ ਕਰਿਆ, ਜਿੱਤ ਹੋ ਗਈ ਤੁਹਾਡੀ, ਜਿੱਤ ਦੀ ਖੁਸ਼ੀ ਵਿੱਚ ਜੱਗ ਕਰਿਆ, ਪਰ ਜੱਗ ਕਰਦੇ ਸੀ ਤੁਹਾਡੀ ਸੋਚ ਵੱਖੋ ਵੱਖਰੀ। ਮੈਂ ਤੁਹਾਡੀ ਸੋਚ ਇਕੱਠੀ ਕਰਨ ਵਾਸਤੇ ਆਇਆ। ਬਾਬੇ ਨੇ ਕਿਹਾ ਸੋਚ ਵੱਖਰੀ ਕਰਿਓ। ਪ੍ਰਭਾਤ ਫੇਰੀਆਂ ਦੇ ਵਿੱਚ ਇਹੋ ਸੀ ਬਾਬੇ ਦੀ ਜਿਹੜੀ ਕਹਾਣੀ ਵੀ, ਉਹ ਸੋਚ ਵੱਖਰੀ ਕਰਿਓ। ਹੁਣ ਕਿਸੇ ਦੀ ਸੋਚ ਤਾਂ ਸੀ ਬਈ ਲੰਗਰ ਕਿਹੋ ਜਿਹਾ ਲਾਈਏ, ਕਿਸੇ ਦੀ ਸੋਚ ਸੀ ਵੀ ਕੀ ਬਣਾਈਏ, ਕਿਸੇ ਦੀ ਸੋਚ ਸੀ ਵੀ ਆਪਾਂ ਚਾਹ ਦਾ ਲੰਗਰ ਉਹਨਾਂ ਦੇ ਨਾਲੋਂ ਵੀ ਵਧੀਆ ਲਾਈਏ, ਇਹ ਸੋਚ ਸੀ ਨਾ। ਪਰ ਬਾਬੇ ਨੇ ਕਿਹਾ ਵੀ ਇਹਨੂੰ ਖਤਮ ਕਰ ਦਿਓ, ਇਸ ਚੀਜ਼ ਨੂੰ ਖਤਮ ਕਰਕੇ ਤੁਸੀਂ ਨਾ ਇੱਕ ਹੋ ਜਾਓ, ਬਸ ਇੱਕ। ਚਾਹ ਦੀ ਲੋੜ ਨਹੀਂ ਮੈਨੂੰ, ਉਹ ਮੈਨੂੰ ਤੁਹਾਡੇ ਬ੍ਰੈਡ ਪਕੌੜਿਆਂ ਦੀ ਲੋੜ ਨਹੀਂ, ਮੈਨੂੰ ਤੁਹਾਡੀ ਚੰਗੀ ਸੋਚ ਦੀ ਲੋੜ ਹੈ। ਜਿੱਦੇ ਤੁਹਾਡੀ ਚੰਗੀ ਸੋਚ ਬਣ ਗਈ, ਇਹ ਪਦਾਰਥ ਤਾਂ ਦੁਨੀਆ ਦੇ ਪਿੱਛੇ ਪਿੱਛੇ ਆਉਣਗੇ। ਪਰ ਤੁਸੀਂ ਬਾਬੇ ਦੀ ਦਵਾਈ ਖਾ ਕੇ ਵੇਖੋ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਾਬੇ ਦੀ ਦਵਾਈ ਦੀ ਚੰਗੀ ਸੋਚ ਜਿਹਦੀ ਜਿਹੜੀ ਦਵਾਈ ਹੈ ਨਾ, ਕਿਤੇ ਉਹ ਖਾ ਕੇ ਵੇਖੋ, ਬੜਾ ਭਰੋਸਾ ਸਾਨੂੰ ਅੱਜ ਵੀ ਹੈ, ਰਹਿੰਦੀ ਦੁਨੀਆ ਤੱਕ।
ਮੈਨੂੰ ਵੀ ਬਹੁਤਿਆਂ ਨੇ ਕਿਹਾ ਇਹ ਫਲਾਣਾ ਇਹ ਕਿਵੇਂ ਕਰਨਗੇ, ਇਹ ਕਿਵੇਂ ਕਰਨਗੇ। ਇੱਥੇ ਮੈਨੂੰ ਵੀ ਬਹੁਤ ਨੇ ਲਿਜਾ ਕੇ ਰੱਖਿਆ। ਮੈਂ ਬਥੇਰਾ ਆਪਣੀ ਇੱਧਰ ਨੂੰ ਸੋਚ ਨੂੰ ਬਦਲ ਕੇ, ਉਹ ਮਨਾ ਤੂੰ ਤਾਂ ਆਪਣਾ ਬਾਣੀ ਪੜ੍ਹਨੀ ਹੈ, ਬਾਜਾ ਵਜਾਉਣਾ ਜਾਂਦਾ ਤਾਂ ਜੇ ਮੈਂ ਇਹਨਾਂ ਵਿੱਚ ਹਿੱਸਾ ਲਿਆ, ਲੰਗਰ ਵਾਲਿਆਂ ਵਿੱਚ ਜਾਂ ਚਾਹ ਪਾਣੀ ਬਣਾਉਣ ਵਾਲਿਆਂ 'ਚ ਮੈਂ ਹਿੱਸਾ ਲਿਆ, ਇਹਨਾਂ ਨੇ ਕਿਹੜੇ ਆ ਕੇ ਮੇਰਾ ਬਾਜਾ ਵਜਾ ਦੇਣੇ, ਬਾਬਾ ਤੂੰ ਦਮ ਲੈ ਲੈ ਅਸੀਂ ਤੇਰਾ ਬਾਜਾ ਵਜਾ ਦਿੰਦੇ, ਬੋਲੋ ਸਤਿਨਾਮ ਵਾਹਿਗੁਰੂ ਬਸ ਆ ਇਹਨਾਂ ਦੀ ਡਿਊਟੀ ਇਹਨਾਂ ਨੂੰ ਕਰਨ ਦਿਓ, ਜਿਹਦੀ ਡਿਊਟੀ ਉਹਨੂੰ ਕਰਨ ਦਿਓ, ਤੇ ਤੂੰ ਬਸ ਇੱਧਰਲੇ ਪਾਸੇ ਧਿਆਨ ਰੱਖ। ਤੇ ਉਹ ਦੁਨੀਆ ਦੇ ਲੋਕਾਂ ਦੀ ਸੋਚ ਵੱਖੋ ਵੱਖਰੀ। ਬਾਬੇ ਨੇ ਕਿਹਾ ਬਸ ਸੋਚ ਇੱਕ ਬਣਾ ਲਓ, ਤੁਹਾਡਾ ਭਲਾ ਹੋ ਜਾਊਗਾ। ਤੇ ਇਹ ਸੋਚ ਬਣਾਉਣ ਵਾਸਤੇ ਬਾਬੇ ਨੇ ਕਹਿਤਾ ਮੈਂ ਨਹੀਂ ਪਾਉਂਦਾ ਜਨੇਊ, ਜੇ ਇਹ ਹੈ ਤਾਂ ਹਈ ਤਾਂ ਪਾਂਡੇ ਘੱਤ, ਜੇ ਤਾਂ ਤੇਰੇ ਕੋਲੇ ਇਹ ਹੈ ਦਿਆ ਦੀ ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਉਹ ਕਹਿਣ ਲੱਗਾ ਮੇਰੇ ਕੋਲ ਇਹ ਨਹੀਂ ਹੈਗਾ। ਫਿਰ ਬਾਬੇ ਨੇ ਕਿਹਾ ਜਿਹੜਾ ਮੇਰੇ ਕੋਲੇ ਜਨੇਊ ਹੈ ਨਾ ਇਹ ਟੁੱਟੈ ਨਾ ਇਹ ਮਲ ਲੱਗੈ, ਨਾ ਹੀ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਬਾਬਾ ਕਹਿੰਦਾ ਜਿਹੜਾ ਮੇਰੇ ਕੋਲੇ ਉਹ ਹੈ ਨਾ ਜਨੇਊ ਹੈ, ਨਾ ਤਾਂ ਇਹਨੂੰ ਜਿਹੜੀ ਉਹ ਮੈਲ ਲੱਗਦੀ ਹੈ, ਨਾ ਇਹ ਟੁੱਟੈ, ਕਹਿੰਦੇ ਨਾ ਤਾਂ ਟੁੱਟ ਸਕਦਾ ਹੈ, ਨਾ ਇਹ ਮਲ ਲੱਗਾ ਇਹਨੂੰ ਮੈਲ ਨਹੀਂ ਲੱਗਦੀ, ਨਾ ਇਹ ਜਲੈ ਨਾ ਜਾਏ, ਕਹਿੰਦੇ ਧਰ ਦੇ ਮੇਰੇ ਵਾਲਾ ਜਨੇਊ ਅੱਗ ਦੇ ਉੱਤੇ ਜੇ ਮੱਚ ਗਿਆ ਤਾਂ ਕਹਿ ਦੀ, ਤੇ ਤੇਰੇ ਵਾਲੇ ਨੂੰ ਧਰ 2 ਮਿੰਟ ਲੱਗਣਗੇ। ਨਾ ਹੈ ਟੁੱਟਾ ਨਾ ਹੈ ਮਲ ਲੱਗਾ, ਨਾ ਹੈ ਜਲੈ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਪਾਏ। ਕਹਿੰਦੇ ਇਹੋ ਜਿਹਾ ਚੰਗੀ ਸੋਚ ਵਾਲਾ ਜਨੇਊ ਦੇ ਮੈਨੂੰ, ਚੰਗੀ ਸੋਚ ਵਾਲਾ। ਆਹ ਦੁਨਿਆਵੀ ਨਹੀਂ ਜਿਹੜਾ ਤੂੰ ਬਣਾਈ ਫਿਰਦਾ ਨਾ, ਇਹ ਨਹੀਂ ਮੈਂ ਪਾਉਣਾ, ਮੈਨੂੰ ਚੰਗੀ ਸੋਚ ਵਾਲਾ ਜਨੇਊ ਦੇ ਦੇ। ਬਸ ਬਾਬੇ ਨੇ ਕਿਹਾ ਸੀ ਆ ਮਨੁੱਖ ਤੂੰ ਚੰਗੀ ਉੱਚੀ ਸੋਚ ਬਣਾ ਲਈਏ ਤਾਂ ਦੁਨਿਆਵੀ ਚੀਜ਼ਾਂ ਨੇ ਉਹ ਆ ਜਾਣਗੀਆਂ। ਨਾ ਰੋਟੀ ਮਿਲੂ ਫਿਰ ਕਿਹੜਾ ਜਾਨ ਨਿਕਲਦੀ ਹੈ, ਨਾ ਜਲੇਬੀਆਂ ਮਿਲੂ ਫੇਰ ਕਿਹੜਾ ਗਾਹਾਂ ਕੁਛ ਬਹੁਤਾ ਖਰਜੂਗਾ ਸਾਡਾ। ਬਾਬਾ ਕਹਿੰਦਾ ਸੋਚ ਉੱਚੀ, ਪੂਰੀ ਉੱਚੀ ਸੋਚ ਲੈ ਜਾ, ਇੱਥੋਂ ਤੱਕ ਸੋਚ ਲੈ ਜਾ ਵੀ ਲੋਕ ਤੈਨੂੰ ਇਹ ਗੱਲ ਕਹਿਣ, ਲੋਕ ਉਸਤਤ ਕਰੇ ਜਹਾਨ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਾਨ ਕਿਤੇ ਕਿਤੇ ਹੋਰ ਕੁਝ ਨਾ ਖੱਟ ਲਈ। ਕਿਹੜੀ? ਤੇ ਪਿਆਰ ਦੇ ਵਿੱਚ ਆ ਕੇ ਲਿਖਦੇ ਨੇ ਵਿਦਵਾਨ ਜੀ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ। ਜਿਹੜਾ ਕੋਈ ਚੰਗਾ ਤੁਸੀਂ ਦੇਖੋ ਕਰਕੇ, ਕੋਈ ਵੀ ਦੇਖ ਲਓ, ਬਾਣੀ ਪੜ੍ਹ ਕੇ ਦੇਖੋ, ਜੁੜੋ ਪਰਮਾਤਮਾ ਦੇ ਨਾਲ, ਰੱਬ ਦੀ ਸੋਚ ਦੇ ਨਾਲ ਜੁੜ ਕੇ ਵੇਖੋ, ਫਿਰ ਤਾਂ ਲੋਕ ਕਹਿਣਗੇ ਵੀ ਚੰਗਾ ਹੈ। ਜਦੋਂ ਤੁਸੀਂ ਗੁਰੂ ਦੀ ਸੋਚ ਦੇ ਨਾਲ ਨਾ ਜੁੜੇ, ਫਿਰ ਇਹਨਾਂ ਪੰਕਤੀਆਂ ਵਿੱਚ ਅੱਗੇ ਜਵਾਬ ਦਿੱਤਾ ਮਹਾਰਾਜ ਜੀ। ਉਹ ਕੀ ਕਹਿੰਦੇ ਜੀ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਉਹ ਮਾੜੇ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਮਾੜੋ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ ਜੀ, ਮਾੜੇ ਕੰਮੀ ਪੈਣ ਲਾਣ ਤਾਂ, ਉਹ ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ, ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ ਜੀ, ਮਾੜੇ ਕੰਮੀ ਪੈਣ ਲਾਣ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ ਜੀ, ਮਾੜੇ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ, ਕੰਮਾਂ ਦੀ ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ, ਚੰਗੇ ਕਰਮਾਂ ਦੀ ਜਗਤ ਵਿੱਚ ਸੋਭਾ, ਮਾੜੇ ਕੰਮੀ ਪੈਣ ਲਾਣ ਤਾਂ। ਆ ਸੋਚ ਸੀ ਬਾਬਾ ਕਹਿੰਦਾ ਇਹ ਤਾਂ ਛੋਟੀਆਂ ਨੇ, ਜਿਹੜੀਆਂ ਤੁਸੀਂ ਜਿਹੜੀ ਚੀਜ਼ ਮਗਰ ਲੱਗੇ ਫਿਰਦੇ ਹੋ ਤਾਂ ਬਹੁਤ ਛੋਟੀਆਂ ਨੇ। ਜਦੋਂ ਕਿਤੇ ਤੁਸੀਂ ਚੰਗੀ ਸੋਚ ਦੇ ਧਾਰਨੀ ਬਣ ਗਏ, ਇਹ ਤਾਂ ਆਪਣੇ ਆਪ ਆ ਜਾਣਗੀਆਂ, ਆਉਣਗੀਆਂ ਜ਼ਰੂਰ, ਪਰ ਰੱਖ ਭਰੋਸਾ ਮਾਲਕ ਤੇ।
ਬਾਬੇ ਦੀ ਸੋਚ ਦੇ ਨਾਲ ਜੁੜ ਜਾ, ਬਾਬੇ ਦੀ ਫੋਟੋ ਨਾਲ ਨਾ ਜੁੜੀ, ਬਾਬੇ ਦੀ ਪ੍ਰਭਾਤ ਫੇਰੀ ਦੀ ਚਾਹ ਦੇ ਨਾਲ ਜੁੜੀ, ਬਾਬੇ ਦੀ ਸੋਚ ਨਾਲ ਜੁੜ ਜਾ। ਫਿਰ ਦੇਖੋ ਭਾਵ ਹੈ, ਮਹੱਤਵ ਦੇਖੋ ਕਿੱਡਾ ਵੱਡਾ। ਜਦੋਂ ਅਸੀਂ ਜਾਵਾਂਗੇ, ਮੈਂ ਅਰਜ਼ ਪਹਿਲਾਂ ਕਰਕੇ ਹਟਿਆ ਕਿ ਉਹ ਕਿਤੇ ਵੇਖ ਕੇ ਹੀ, ਕੀਰਤਨ ਤਾਂ ਇੱਥੇ ਵੀ ਹੁੰਦਾ, ਆਪਾਂ ਵੀ ਰਸਤੇ 'ਚ ਕੀਰਤਨ ਕਰਦੇ ਗਏ ਆ। ਭਾਵ ਇਹ ਸੀ ਵੀ ਕਈ ਵਾਰੀ ਜਿਹੜਾ ਪਿਛਲਾ ਆਪਾਂ ਕੱਲ ਦੀ ਪ੍ਰਭਾਤ ਫੇਰੀ ਕਰੀ ਹੈ, ਉਹਦਾ ਭਾਵ ਇਹ ਸੀ ਗੇੜਾ ਦੇਣ ਦਾ ਵੀ ਉਧਰਲੀ ਸੰਗਤ ਕਈ ਵਾਰੀ ਤਾਂ ਇਹ ਹੁੰਦਾ ਵੀ ਚਲੋ ਕੋਈ ਨਹੀਂ, ਜਰਾ ਆਰਾਮ ਕਰ ਲਓ। ਕੱਲ ਆਪਣੀ ਸੇਧਰੀ ਆਏ ਸੀ, ਅੱਜ ਆਰਾਮ ਕਰ ਲੈਂਦੇ, ਅੱਜ ਨਹੀਂ ਆਪਾਂ ਜਾਂਦੇ। ਉਹਦਾ ਗੇੜਾ ਦੇਣ ਦਾ ਭਾਵ ਸੀ। ਜੇ ਕੋਈ ਕਿਸੇ ਦਾ ਮਨ ਢਹਿੰਦੀ ਕਲਾ ਵਿੱਚ ਜਾਂਦਾ ਵੀ ਦਿਸਿਆ ਨਾ, ਜਦੋਂ ਉਹਨਾਂ ਦੇ ਬਾਰ ਮੂਹਰ ਦੀ ਲੰਘੇ, ਉਹਦੇ ਮਨ ਵਿੱਚ ਜਿਹੜੀ ਉਹ ਸੱਟ ਵੱਜੂ, ਇਹ ਆਪਣੇ ਬਾਰ ਮੂਹਰ ਦੀ ਲੰਘੇ ਜਾਂਦੇ ਆ, ਚਲੋ ਛੇਤੀ 'ਚ ਆਪਾਂ ਵੀ ਰਲ ਜੀਏ ਭੱਜ ਕੇ ਨਾਲ। ਬਸ ਇਹ ਸੋਚ ਸੀ ਸਾਡੀ ਇੱਕ। ਨਹੀਂ ਤਾਂ ਇਹ ਜਿਹੜੇ ਅਖੀਰਲੀ ਪ੍ਰਭਾਤ ਫੇਰੀ ਸੀ ਆਪਣੇ ਇਸੇ ਮਹੱਲੇ ਦੀ ਰੱਖੀ ਹੋਈ ਸੀ, ਇੱਥੋਂ ਦੀ ਗੇੜਾ ਦੇ ਕੇ ਅਸੀਂ 10 ਮਿੰਟਾਂ 'ਚ ਆ ਕੇ ਤੇ ਚਾਹ ਪੀ ਕੇ ਆਰਾਮ ਕਰਨ ਲੱਗੇ ਜਾਂਦੇ। ਪਰ ਸੋਚ ਸੀ ਵੀ ਕੋਈ ਘਰੇ ਬੈਠਾ ਵੀ ਜਦੋਂ ਉਹਨੇ ਦੇਖ ਲਿਆ ਜਕਾਰੇ ਵੱਜਦੇ ਆਉਂਦੇ ਨੇ, ਢੋਲਕੀ ਵੱਜਦੀ ਆਉਂਦੀ ਹੈ, ਕੀਰਤਨ ਹੁੰਦਾ ਆਉਂਦਾ ਹੈ, ਤੇ ਉਹਦੇ ਮਨ ਵਿੱਚ ਇੰਨਾ ਚਾਹ ਪੈਦਾ ਹੋ ਜੇ ਬਾਬੇ ਨਾਨਕ ਦੀ ਸੋਚ ਦੇ ਨਾਲ ਜੁੜ ਜੇ। ਬੋਲੋ ਸਤਿਨਾਮ ਵਾਹਿਗੁਰੂ। ਬਾਬਾ ਕਹਿੰਦਾ ਹੈਗਾ ਜਿਹਨੇ, ਉਹ ਕਹਿੰਦਾ ਹੈ ਨਹੀਂ। ਕਹਿੰਦਾ ਚੱਕ ਫਿਰ ਆਪਦੀ ਟਿੰਡ ਫੋੜੀ, ਨਿਕਲ ਬਾਹਰ ਸਾਡੇ ਘਰ ਵਿੱਚੋਂ। 6 ਸਾਲ ਦਾ ਬਾਬਾ, 6 ਸਾਲ ਦੀ ਉਮਰ ਦੇ ਵਿੱਚ, ਵਡੇਰੀ ਉਮਰ ਦਾ ਰਾਇਬਲਾਰ ਹੈ। ਉਹ ਵੇਖਣ ਲੱਗ ਪਿਆ, ਇੱਕ ਪਾਸੇ 6 ਸਾਲ ਦਾ ਬੱਚਾ, ਨਿੱਕੀ ਜੀ ਉਹ ਉਮਰ ਦਾ ਬੱਚਾ, ਇੱਕ ਵਿਦਵਾਨ ਪੰਡਤ ਨੂੰ, ਚੰਗਾ ਪੜ੍ਹਿਆ ਹੋਇਆ, ਆਪਦੇ ਆਪ ਨੂੰ ਚੰਗਾ ਕਹਾਉਂਦਾ ਹੈ, ਤੇ ਉਹਦੀ ਸੋਚ ਨੂੰ ਦੇਖ ਲਓ ਠੁਕਰਾ ਕੇ ਰੱਖਤਾ ਬਾਬੇ ਨੇ। ਕਹਿੰਦਾ ਇਹ ਟੁੱਟ ਵੀ ਜਾਊਗਾ, ਇਹ ਜਿਹੜਾ ਅੱਗ ਵਿੱਚ ਵੀ ਜਲ ਜੂ, ਇਹਨੂੰ ਮੈਲ ਵੀ ਲੱਗ ਜੂਗੀ, ਪਰ ਜਿਹੜਾ ਮੇਰੇ ਕੋਲੇ ਹੈ ਜਨੇਊ ਨਾ ਇਹ ਟੁੱਟੈ, ਨਾ ਇਹ ਮਨ ਲੱਗੈ, ਨਾ ਹੀ ਜਲੇ ਨ ਜਾਏ। ਧਨ ਸੋ ਮਾਨਸ ਨਾਨਕਾ ਜੋ ਗਲ ਚੱਲੈ ਭਾਏ। ਕਹਿੰਦੇ ਇਹੋ ਜਿਹਾ ਚੰਗੀ ਸੋਚ ਦਾ ਜਨੇਊ ਪਾ ਦੇ। ਤੇ ਬਾਬੇ ਨੇ ਕਿਹਾ ਹੈ ਨਹੀਂ ਹੈ, ਚੱਲ ਫਿਰ ਤੂੰ ਲੈ ਜਾ ਮੋੜ ਕੇ। ਤੇ ਪਰ ਪਹਿਲਾ ਵਚਨ ਇਹੀ ਕਰਿਆ ਸੀ, ਉਹ ਪਾ ਦੇ ਪੰਡਤਾ ਮੇਰੇ ਸੱਚ ਦਾ ਜਨੇਊ, 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 ਮੇਰੇ ਸੱਚ ਦਾ ਜਨੇਊ, ਪਾ ਦੇ ਪੰਡਤਾ ਮੇਰੇ ਸੱਚ ਦਾ ਜਨੇਊ। ਜਨੇਊ ਮੁਬਾਰਕਬਾਦ ਹੈ, ਹਿੰਦੂ ਵੀਰ ਪਾਉਣ, ਸਦਕੇ ਪਾਉਣ। ਉਹਨਾਂ ਦਾ ਚਿੰਨ੍ਹ ਹੈ, ਧਰਮ ਹੈ, ਸਾਡਾ ਚਿੰਨ੍ਹ ਹੈ, ਸਾਡਾ ਧਰਮ ਹੈ। ਪਰ ਜੀ ਕਹਿਣ ਲੱਗੇ ਸਿੱਖਾ ਤੇਰੀ ਵੱਖਰੀ ਸੋਚ ਤੇ ਤੇਰਾ ਵੱਖਰਾ ਪਹਿਰਾਵਾ, ਦੁਨੀਆ ਦੇ ਨਾਲੋਂ ਤੂੰ ਹਰ ਇੱਕ ਚੀਜ਼ ਵਿੱਚ ਵੱਖਰਾ ਲੱਗੇ। ਦੁਨੀਆ ਦੇ ਲੋਕ 12 ਵਜੇ ਸੁੱਤੇ ਪਏ ਹੋਣ ਤੇ ਤੂੰ ਬਾਣੀ ਪੜ੍ਹਦਾ ਜਾਵੇ, ਤੇਰੀ ਸੋਚ ਵੱਖਰੀ ਹੋ ਜਾਵੇ। ਦੁਨੀਆ ਦੇ ਲੋਕ ਸ਼ਾਮ ਨੂੰ ਠੇਕਿਆਂ ਤੇ ਜਾਣ ਤੇ ਤੂੰ ਰਹਿ ਰਸ ਕਰਦਾ ਹੋਵੇ, ਤੇਰੀ ਸੋਚ ਵੱਖਰੀ। ਵੱਖਰਾ ਧਰਮ ਹੋਰ ਕੀ ਹੈ? ਅਸੀਂ ਦੂਜਿਆਂ ਦੇ ਨਾਲੋਂ ਵੱਖਰੇ ਕਾਹਤੋਂ ਕਹਾਉਂਦੇ ਆ? ਹੈ ਤਾਂ ਉਹੋ ਜਿਹੇ ਮਨੁੱਖ ਉੱਡੇ ਹੀ ਆ, ਜਿਹੋ ਜਿਹੇ ਲੋਕ ਕੱਪੜੇ ਪਾਉਂਦੇ ਹੋਏ ਜੇ ਅਸੀਂ ਪਾਉਣੇ, ਜਿਹੋ ਜਿਹੇ ਲੋਕ ਪ੍ਰਸ਼ਾਦਾ ਛਕਦੇ ਆ ਉਹ ਜਿਹਾ ਸਿੱਖ ਪ੍ਰਸ਼ਾਦਾ ਛਕਦੇ ਨੇ। ਹੈ ਤਾਂ ਸਾਰਿਆਂ ਦੇ ਇੱਕੋ ਹੀ ਕੁਝ ਨਾ, ਪਰ ਸੋਚ ਵੱਖਰੀ ਹੈ। ਇਸ ਕਰਕੇ ਕਹਿੰਦੇ ਵੀ ਸਾਡਾ ਜਿਹੜਾ ਧਰਮ ਹੈ ਨਾ, ਇੱਕ ਵੱਖਰਾ ਵਿਲੱਖਣ ਹੈ। ਜੇ ਦੁਨੀਆ ਦੇ ਲੋਕ ਸ਼ਾਮ ਨੂੰ ਰਾਤ ਨੂੰ ਜਦੋਂ ਆਪਾਂ ਤੁਰੇ ਸੀ ਸੁੱਤੇ ਪਏ ਸੀ, ਤੇ ਸਿੱਖਾਂ ਦੀ ਸੋਚ ਵੱਖਰੀ ਸੀ। ਇੱਕ ਉਹ ਹੋਤੇ हैं जो चलते हैं जवाने के साथ साथ। ਕਹਿੰਦੇ ਕੋ ਲੋਕ ਹੁੰਦੇ ਆ ਵੀ ਚਲੋ ਇਹਨਾਂ ਨੇ ਆਹ ਕੰਮ ਕਰ ਲਿਆ। ਅੱਜ ਬਹੁਤੇ ਇਹੀ ਗੱਲ ਹੈ ਨਾ, ਪਰ ਉਹਦਾ ਭਾਵ, ਅੰਦਰਲਾ ਭਾਵ ਸਮਝ ਕੇ ਦੇਖੋ। ਕੋਈ ਪੁਰਾਣੀ ਚੜਾਈ ਕਰ ਜਾਂਦਾ ਹੈ ਤੇ ਉਹ ਕਿਸੇ ਨੇ ਉਹ ਗਊ ਲਿਆ ਕੇ ਨਾ, ਉਹ ਤਾਂ ਗਊਆਂ ਦੇ ਡੰਡੇ ਹੀ ਪੈਂਦੇ ਨੇ, ਤੁਸੀਂ ਦੇਖਿਆ ਹੀ ਹੈ। ਗਊਆਂ ਦੇ ਢੂਹੇ 'ਚ ਡੰਡੇ ਮਾਰਦੇ ਨੇ ਲੋਕ, ਉਹਨੂੰ ਕੋਈ ਕੱਖ ਪਾ ਕੇ ਰਾਜੀ ਨਹੀਂ ਹੈ। ਕਿੰਨਾ ਕੁਝ ਬੋਲਦੇ ਨੇ। ਇੱਕ ਪਾਸੇ ਮਾਤਾ ਕਹੀ ਜਾਣਗੇ, ਮਾਤਾ ਦੇ ਕੋਈ ਡੰਡਾ ਥੋੜੀ ਮਾਰਦਾ ਹੁੰਦਾ, ਤੇ ਦੂਜੇ ਪਾਸੇ ਜਿੱਦੇ ਕੋਈ ਪੁਰਾਣੀ ਚੜਾਈ ਕਰ ਜੇ ਨਾ, ਉਹਦੇ ਉਸ ਗਊ ਨੂੰ ਫੜ ਕੇ ਉਹਦੇ ਗਿੱਟੇ ਧੋ ਦਿੰਦੇ ਨੇ, ਪੈਰ ਧੋ ਦਿੰਦੇ ਨੇ। ਕਹਿੰਦੀ ਇਹ ਗਊ ਦਾਨ, ਗਊ ਪੁੰਨ ਕਰਤੀ, ਪਤਾ ਨਹੀਂ ਇਸ ਤਰ੍ਹਾਂ ਕੁਝ ਕਹਿੰਦੇ ਨੇ, ਗਊ ਛੱਡਤੀ ਪਤਾ ਨਹੀਂ। ਤੇ ਦੇਖੋ ਇਹ ਸੋਚ ਬਾਬੇ ਨਾਨਕ ਨੇ ਕਿਹਾ ਸੀ, ਓਏ ਇੱਕ ਪਾਸੇ ਤਾਂ ਤੁਸੀਂ ਡੰਡੇ ਮਾਰਦੇ ਹੋ, ਇੱਕ ਪਾਸੇ ਤਾਂ ਅਸੀਂ ਉਹਨੂੰ ਰੋਟੀ ਨਹੀਂ ਦਿੰਦੇ ਖਾਣ ਨੂੰ, ਤੇ ਇੱਕ ਪਾਸੇ ਇਸ ਦਿਨ ਲਿਆ ਕੇ ਤੁਸੀਂ ਕਹਿੰਦੇ ਵੀ ਅਸੀਂ ਆਹ ਕੰਮ ਕਰਤਾ। ਇਹ ਹੈ ਕਰਮ ਕਾਂਡ, ਇਹਨੂੰ ਛੱਡ ਦਿਓ, ਇਹ ਫੋਕਟ ਹੈ। ਤੁਹਾਡੀ ਸੋਚ ਵੱਖਰੀ ਹੋਣੀ ਚਾਹੀਦੀ ਹੈ, ਤੁਹਾਡਾ ਇਹ ਜਿਹੜੀ ਸੋਚ ਹੈ ਬਦਲਣੀ ਚਾਹੀਦੀ ਹੈ। ਸਿੱਖ ਦੀ ਸੋਚ ਇਹੀ ਹੈ। ਭਾਵੇਂ ਦੇਖੋ ਕੱਲ ਆਪਾਂ ਥੱਕ ਗਏ, ਮੈਂ ਕਿਹਾ ਸੀ ਤਾਂ ਹੀ ਸੰਗਤ ਅੱਜ ਆਈ ਨਹੀਂ ਹੈ,
ਕੱਲ ਮੈਂ ਕਹਿਤਾ ਸੀ ਨਾ ਗੱਲ ਵੀ ਅਸੀਂ 2 ਦਿਨ ਆਰਾਮ ਕਰਾਂਗੇ। ਉਹ ਸੰਗਤ ਨੂੰ ਹੀ ਹੋ ਗਿਆ ਹੋਣਾ ਵੀ ਬਾਬੇ ਨੇ ਤਾਂ ਨਾ ਕੀਰਤਨ ਕਰਨਾ ਨਾ ਨਿਤਨੇਮ ਕਰਨਾ, ਆਪਾਂ ਵੀ ਰਹਿਣ ਦਿਓ। ਭਾਵ ਸੋਚ ਉਧਰ ਦੁਨੀਆ ਵਾਲੀ ਹੋ ਗਈ। ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਹਾਂ ਠੀਕ ਹੈ, ਮੈਂ ਇਹ ਗੱਲ ਕਹਿਤੀ ਸੀ ਵੀ ਅਸੀਂ ਕੀਰਤਨ ਨਹੀਂ ਕਰਦੇ, ਪਰ ਜੇ ਸੋਚ ਵੱਖਰੀ ਸੀ ਸਾਡੀ ਨਾ, ਸੋਚ ਵੱਖਰੀ ਸੀ। ਉਸ ਵਕਤ ਜਦੋਂ ਅਸੀਂ ਹਜੇ ਕੀਰਤਨ ਆਰੰਭ ਨਹੀਂ ਕਰਿਆ ਸੀ, ਉਹਦੀ ਭਾਈ ਇੰਦਰ ਸਿੰਘ ਜੀ ਆ ਗਏ ਸੀ, ਕਿਉਂਕਿ ਇਹਨਾਂ ਦੇ ਮਨ ਵਿੱਚ 2 ਭੁਲੇਖੇ ਸੀ। 2 ਮੈਨੂੰ ਪਤਾ ਉਹਨਾਂ ਦਾ। ਪਹਿਲਾ ਭੁਲੇਖਾ ਸਹਿਜ ਜੀ ਵੀ ਪਰਿਵਾਰ ਵੀ ਬੱਚੇ ਵੀ ਸਾਰੇ ਥੱਕੇ ਹੋਏ ਨੇ, ਜੇ ਉਹਨਾਂ ਨੇ ਕੁਝ ਨਾ ਕਰਿਆ ਹੋਇਆ ਚੱਲ ਅਸੀਂ ਬਾਹਰ ਖੋਲ ਦਿਆਂਗੇ ਗੁਰਦੁਆਰੇ ਦਾ, ਦੇਗ ਬਣਾ ਕੇ ਰੱਖ ਦਿਆਂਗੇ, ਸੰਗਤ ਆਊਗੀ ਅਰਦਾਸ ਬੇਨਤੀ ਕਰਾ ਦਿਆਂਗੇ ਜੇ ਬਾਬੇ ਨੇ ਨਾ ਕੀਰਤਨ ਕਰਿਆ। ਤੇ ਦੂਜਾ ਇਹ ਕਹਿ ਲਓ ਵੀ ਪ੍ਰੇਮ ਸੀ ਅੰਦਰ, ਇਹਨਾਂ ਦੇ ਮਨ ਵਿੱਚ ਭਾਵਨਾ ਸੀ ਵੀ ਚਲੋ ਕਰਨਗੇ ਤਾਂ ਸਹੀ ਕੁਛ ਨਾ ਕੁਛ, ਆਪਾਂ ਜਾ ਕੇ ਸੁਣਾਂਗੇ, ਜੇ ਨਾ ਕਰਿਆ ਆਪਾਂ ਠਾ ਦਾਂਗੇ ਉਹਨਾਂ ਨੂੰ ਜਾ ਕੇ। ਚੰਗੀ ਸੋਚ ਸੀ ਨਾ ਭਾਵ। ਤੇ ਇਸ करके महाराज जी कहने लगे, विद्वान लिखता है, एक वो होते हैं जो चलते हैं जवाने के साथ साथ, एक जवाने के नाल नाल चलते ने, एक वो होंगे ने जवाने नूं, एक वो मर्द होते हैं जो जवाने को बदल देते हैं। महाराज जी कहने लगे, सिखा तू जवाना बदल दे, अज तू ये सोच मुताबक ना चल, तू अज गुरु नानक की विचारधारा दे नाल चल, फिर तेरा भला हो जाऊगा। इस करके बाबे ने कहा, ਇਹੋ ਜਨੇਊ ਜੀ ਕਾ ਹਈ ਤਾਂ ਪੰਡ, ਕਹਿੰਦੇ ਜੇ ਹੈਗਾ ਤਾਂ ਪਾ ਦੇ, ਨਹੀਂ ਚੱਲ ਆਪਣਾ ਲੈ ਜਾ ਜਨੇਊ ਜਾ ਕੇ। ਇਹ ਬਾਬੇ ਦੀ ਸੋਚ ਸੀ। ਫਿਰ ਪੜ੍ਹਨੇ ਵੀ ਪਾਇਆ, ਪਿੱਛੇ ਫਿਰ ਆਪ ਜੀ ਨੇ ਸੁਣਿਆ ਸੀ ਨਾ, ਪੜ੍ਹਨੇ ਪਾ ਦਿੱਤਾ, ਪਾਦੇ ਨੂੰ ਪੜਾਏ, ਗੋਪਾਲ ਪਾਂਦੇ ਨੂੰ ਜਾ ਕੇ ਪੜਾ ਦਿੱਤਾ। ਉਹ ਕਹਿੰਦੇ ਉਹਨੇ 1 ਅੱਖਰ ਲਿਖਤਾ, ਅਲਫ ਲਿਖਦੀ, ਕਹਿੰਦੇ 10 1 ਅੱਖਰ ਦਾ ਕੀ ਭਾਵ ਹੈ? ਉਹ ਕਹਿੰਦਾ 1 ਅੱਖਰ ਦਾ ਤਾਂ ਕੋਈ ਭਾਵ ਨਹੀਂ ਹੁੰਦਾ। ਕਹਿੰਦਾ ਫਿਰ ਜਿਹੜਾ ਭਾਵ ਹੈ ਤਾਂ ਉਹ ਮੈਨੂੰ ਦੱਸ। कहना जे तू पहला 1 पढ़ेगा तो फिर ही मैं तेन अगे दसूं। कहते 1 च भी बड़ा बड़ा भाव है, तू समझदा ही नहीं। कहते बाबे ने कहा 1 अखर च भी भाव है, केड़ा? वो गुरबाणी विच महाराज ने अंकित करता, 1 अखर हर मन वस्त नानक होत निहाल। कहते 1 अखर का भी, कहता 1 अखर का तो नानक कोई भाव नहीं हुंदा। ते बाबे ने काम ही 1 तो चलाया, फिर 1 तो काम चला के 18 ते 10 20 ते जाके समाप्त करे। पढ़ते हो ना, सुनते हो तो तुसी जपजी साहब कित्थों शुरू हुंदा? 1 ओंकार बाद विच आउंदा, पहला 1 आउंदा है। ते गुरु ग्रंथ साहब महाराज दे विच जदों जपजी साहब शुरू हुंदा ना, सब तो पहला जिहड़ा अंक है, पन्ना है, ਉਹਦੇ ਉੱਤੇ ਕੋਈ ਜਿਹੜਾ ਉਹ ਅੱਖਰ ਨਹੀਂ, 1 ਅੱਖਰ ਨਹੀਂ ਪਾਇਆ ਹੋਇਆ। ਭਾਵ 2 ਤੋਂ ਸ਼ੁਰੂ ਹੋ ਜਾਂਦਾ, 1 ਅੱਖਰ ਨਹੀਂ ਹੈ। ਤੇ ਜਿਹੜਾ ਹੁਣ ਸਿਆਣਾ ਕੋਈ ਗ੍ਰੰਥੀ ਪੜਿਆ ਹੋਇਆ ਤੇ ਉਹ ਪੁੱਛਦੇ ਵੀ ਨੇ ਸਾਨੂੰ ਬਹੁਤ ਵੀ ਮਹਾਰਾਜ ਨੇ 1 ਤੋਂ ਜਿਹੜਾ ਉੱਪਰ ਏਕਾ ਪਾ ਕੇ ਫਿਰ ਦੂਆ ਫਿਰ ਤੀਆ ਪਾਉਨੇ ਵੀ 1 ਕਿਉਂ ਨਹੀਂ ਪਾਇਆ? ਮੈਂ ਕਿਹਾ ਵੀ ਕੰਮ 1 ਤੋਂ ਹੀ ਸ਼ੁਰੂ ਹੋਇਆ ਤੇ 18 ਦੀ 10 20 ਤੇ ਜਾ ਕੇ ਸਮਾਪਤ ਹੋ ਗਿਆ। ਮਹਾਰਾਜ ਕਹਿੰਦੇ 1 ਓੰਕਾਰ ਸਤਨਾਮ। फिर ये मंत्र सारा बाबे ने लिया के दरगाह दे विचों सानू देता है। इस करके महाराज जी कहने लगे, सिखा तेरी सोच। वो कहना 1 अखर का कोई भाव नहीं, कहना फिर ले जा अपना चुक के। जदों उत्थे बाबे नानक ने उस गोपाल पांदे नूं उपदेश दिता, पांदे ने मत्था टेकता, कहंदा हुण तू भी घरे जाना? कहना हाँ चल मैं भी तेरे नाल ही घरे जाना। बोलो सतनाम। आ गया बाबे कोले पिता बाबा कल्याण चंद जी। कहते हुण तां मैं छड्ड के आया सी। कहंदा छड्ड के कहदा आए तां मैनूं भी नाल ही लिआया। क्यों? ये तां पढ़िया पढ़ाया जी, लाल तेरा पढ़िया पढ़ाया जी, इनू मैं की पढ़ावां जी। कहना मेरे कोल इहदे वाली विद्या है ही नहीं। वो कहना नहीं यार इह क्यों करदा है, पढ़ा मेरे पुत्तर नूं, अगे पटवार दा काम है साडा। कहना तो होऊगा, इनू मैं की पढ़ावां जी, लाल तेरा तुर तो पढ़िया आया। मैं की पढ़ावां जी, लाल तेरा तुर तो पढ़िया आया। मैं की पढ़ावां जी, लाल तेरा तुर तो पढ़िया आया। इनू मैं की पढ़ावां जी, लाल तेरा तुर तो पढ़िया। इनू मैं की पढ़ावां जी, लाल तेरा तुर तो पढ़िया। इनू मैं की पढ़ावां जी, लाल तेरा तुर तो पढ़िया। नहीं पढ़े मज्जियां नहीं चारियां, पढ़े नहीं है। बस बाबे ने पहला छोटी अवस्था दे विच ही सारिਆਂ ਨੂੰ ਗਿਆਨ ਦਿੱਤਾ। फिर भाई मर्दाने नाल मिलाप होए। आओ ਜਿਹੜੇ ਸਾਰੇ ਨਾਸਾ ਦੀ ਬਾਣੀ ਵਿੱਚ अरदास हुक्मनामा। बहुत बहुत धन्यवाद सारिया संगतां दा, बहुत सेवा कीती है भाई तुसीं।
ਬਸ ਉਹ ਰਾਹਾਂ ਦੇ ਵਿੱਚ ਪਿਆਰ ਹੀ ਪਿਆਰ ਖਿਲਾਰਤਾ ਸਾਰਿਆਂ ਦੇ। ਅੱਜ ਵੀ ਬਸ ਸੋਚ ਗੁਰੂ ਨਾਨਕ ਦੀ ਦੇ ਨਾਲ ਜੁੜ ਜਿਓ। ਗੁਰੂ ਨਾਨਕ ਦੀ ਸੋਚ ਕੀ ਸੀ ਉਹਦੇ ਨਾਲ ਤੁਸੀਂ ਸਾਰੇ ਜੁੜ ਜਿਓ, ਪਤਾ ਲੱਗ ਜਾਵੇ ਵੀ ਉਹਨਾਂ ਰਾਹਾਂ ਚੋਂ ਵੀ ਉਸ ਮਿੱਟੀ ਚੋਂ ਵੀ ਸੁਗੰਧੀ ਆ ਜੇ। ਸ਼ੇਖ ਸਾਦੀ ਜੀ ਤੁਰੇ ਜਾ ਰਹੇ ਨੇ, ਕਥਾ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਮਰ ਕਥਾ। ਉਹ ਕਹਿਣ ਲੱਗੇ ਵੀ ਇਉਂ ਕਰੋ। ਉਹਨਾਂ ਨੇ ਹੱਥ ਧੋਤੇ ਨਾ, ਜਦੋਂ ਗੜ ਤੋੜਿਆ, ਮਿੱਟੀ ਲਈ, ਪਾਣੀ ਪਾਇਆ ਹੱਥਾਂ ਦੇ ਉੱਤੇ, ਉਹਦੇ ਵਿੱਚ ਕਸਤੂਰੀ ਦੀ ਸੁਗੰਧੀ ਆ ਗਈ। ਉਹ ਇਸ ਤਰ੍ਹਾਂ ਮਿੱਟੀ ਨੂੰ ਲਾ ਕੇ ਦੇਖਦੇ ਹੋ ਜੋ ਹੋਰ। ਉਹਨਾਂ ਨੇ ਗਾਹਾਂ ਤੋਂ ਚੱਕ ਲਈ ਮਿੱਟੀ, ਉੱਥੇ ਪਾਣੀ ਪਾਇਆ ਹੱਥਾਂ ਤੇ, ਉੱਥੋਂ ਵੀ ਅੱਗੋਂ ਚੱਕ ਲਈ। ਵਿਦਵਾਨ ਕਥਾ ਕਰਦਾ ਸੀ, ਉਹ ਕਹਿੰਦਾ ਸ਼ੇਖ ਸਾਦੀ ਜੀ ਗੱਲ ਸੁਣੋ, ਇਹ ਹੈ ਤਾਂ ਮਿੱਟੀ ਹੋਈ, ਪਰ ਮਿੱਟੀ ਨੇ ਆਪਣਾ ਸੁਭਾਅ ਬਦਲ ਲਿਆ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੈ ਮਿੱਟੀ ਹੋਈ ਹੈ ਜਿਹੜੀ ਵਿਛਾਈ ਹੈ, ਸੱਚਮੁੱਚ ਤੈਨੂੰ ਦਿੰਦੀ ਹੈ ਮਿੱਟੀ ਹੈ? ਕਹਿੰਦਾ ਹਾਂ ਮਿੱਟੀ ਹੈ। ਕਹਿੰਦਾ ਹੈ ਮਿੱਟੀ, ਪਰ ਮਿੱਟੀ ਨੇ ਸੁਭਾਅ ਬਦਲ ਲਿਆ। ਕਾਹਦੇ ਨਾਲ? ਗੁਰੂ ਨਾਨਕ ਦੀ ਬਾਣੀ ਦੇ ਨਾਲ। ਹਿੰਦੂ ਮਤ ਦੇ ਬੰਦੇ ਕਥਾ ਕਰਦੇ, ਕਹਿੰਦੇ ਮਿੱਟੀ ਨੇ ਸੁਭਾਅ ਬਦਲ ਲਿਆ। ਤੂੰ 100 ਚੇਲਾ ਨਾਲ ਲੈ ਕੇ ਤੇਰਾ ਸੁਭਾਅ ਹਜੇ ਤੱਕ ਬਦਲਿਆ ਨਹੀਂ। ਉਹ ਰਾਹਾਂ ਦਾ ਵੀ ਇੱਕ ਸੁਭਾਅ ਬਦਲ ਜਾਵੇ, ਉਸ ਮਨੁੱਖ ਦਾ ਵੀ ਇੱਕ ਸੁਭਾਅ ਬਦਲ ਜਾਵੇ, ਤੇ ਕੋਈ ਵੀ ਸਾਨੂੰ ਮਿਲੇ ਤੇ ਉਹ ਕਹੇ ਵੀ ਧੰਨ। ਜਿਵੇਂ ਉਹ ਆਪਣੇ ਨਾਲ ਇੱਥੇ ਗਵਾਂਢ 'ਚ ਹੈ, ਉਹ ਜਿਹੜੀ ਆਪਾਂ ਵੀਡੀਓ ਹੁੰਦੀ ਸੀ, ਫੋਟੋ ਹੁੰਦੀਆਂ ਸੀ, ਉਹ ਉਹਦੇ 'ਚ ਪਾਉਂਦੇ ਸੀ ਗਰੁੱਪ ਦੇ ਵਿੱਚ, ਵੀ ਚਲੋ ਸਾਰਿਆਂ ਕੋਲ ਇੱਕੇ ਲੱਗਦੀ ਪਹੁੰਚ ਜਾਏ, ਇਕੱਲੇ ਇਕੱਲੇ ਕੋਲੇ ਪਾਵਾਂਗੇ ਬਾਹਲਾ ਟਾਈਮ ਲੱਗ ਜਾਊਗਾ। ਅਸੀਂ ਗਰੁੱਪ ਬਣਾਇਆ ਸੀ, ਉਹਦੇ ਵਿੱਚ ਫੋਟੋ ਪਾ ਦਿੰਦੇ। ਉਹ ਕਿਸੇ ਨੇ ਆਪਣੀਆਂ ਫੋਟੋਆਂ ਚੱਕ ਕੇ ਗਾਹਾਂ ਵਾਲੇ ਕਿਸੇ ਹੋਰ ਗਰੁੱਪ 'ਚ ਪਾਤੀਆਂ। ਜਦੋਂ ਪਾਈਆਂ ਉਹਨਾਂ ਨੇ ਫਿਰ ਫੋਨ ਕਰਿਆ ਉਹ ਗੁਆਂਢੀਆਂ ਨੂੰ ਆਪਣੇ ਇੱਧਰ ਨਾਲ ਹੀ ਬੱਲੇ ਕੇ, ਬਈ ਜਿਹੜਾ ਨਾ ਇਹ ਤੁਹਾਡੇ ਇੰਨਾ ਇਕੱਠ ਹੁੰਦਾ? ਕਹਿੰਦੇ ਹਾਂ। ਕਿੰਨੇ ਕੁ ਵਜੇ ਤੋਂ? ਕਹਿੰਦੇ ਰਾਤ ਨੂੰ 12 ਵਜੇ ਚੱਲ ਪੈਂਦੇ ਅਸੀਂ ਤਾਂ। ਭਾਵ ਦੇਖੋ ਉਹ ਇੱਥੋਂ ਤੱਕ ਜਿਹੜੀ ਉਹ ਗੱਲ ਪਹੁੰਚੀ ਗਾਹਾਂ, ਵੀ ਧੰਨ ਹੈ ਸਿੱਖ ਕੌਮ ਜਿਹੜੀ ਵੱਖਰੀ ਹੈ। ਜੇ ਲੋਕ ਇਹ ਗੱਲ ਕਹਿ ਸਕਦੇ ਨੇ ਸਾਡੇ ਹਿਰਦੇ ਵਿੱਚੋਂ ਵੀ, ਤੇ ਦੁਨੀਆ ਦੇ ਲੋਕ ਵੇਖ ਕੇ ਕਹਿਣ ਯਾਰ ਬੜਾ ਵਧੀਆ। ਉਹਨਾਂ ਨੇ ਜਿਹੜਾ ਆਨੰਦ ਵਰਤਾਇਆ ਨਾ ਉੱਥੇ, ਬਸ ਸੱਚਾ ਮਾਰਗ ਚੱਲਦੇ ਆ ਉਸ ਤੇ ਕਰੇ ਜਾਣ। ਆਪਾਂ ਮਹਾਰਾਜ ਦੇ ਉਸ ਮਾਰਗ ਉੱਤੇ ਚੱਲੀਏ ਜਿਸ ਮਾਰਗ ਉੱਤੇ ਬਾਬੇ ਨੇ ਸਾਨੂੰ ਤੋਰਿਆ ਹੈ। ਆਓ, ਬਹੁਤ ਧੰਨਵਾਦ ਹੈ। ਤੇ ਕੱਲ ਨੂੰ ਸਮੇਂ 'ਚ ਥੋੜੀ ਜਿਹੀ ਤਬਦੀਲੀ ਕਰਨੀ ਹੈ। 4:30 ਵਜੇ ਨਿਤਨੇਮ ਜਿਹੜਾ ਸ਼ੁਰੂ ਹੋ ਜਾ ਕਰੂਗਾ, 5:30 ਵਜੇ ਤੱਕ ਘੰਟਾ ਕ, ਤੇ 5:30 ਤੋਂ ਲੈ ਕੇ ਫਿਰ ਅੱਗੇ ਫਿਰ ਜਿਹੜੀ ਕੀਰਤਨ ਦੀ ਸਮਾਪਤੀ ਉਹ ਤਕਰੀਬਨ 7 ਵਜੇ। ਥੋੜਾ ਸਮੇਂ ਦੀ ਅੱਗੇ, ਕਿਉਂਕਿ ਜਿਹੜੀਆਂ ਰਾਤਾਂ ਵੱਡੀਆਂ ਹੋ ਜਾਣਗੀਆਂ, ਥੋੜਾ ਸਮੇਂ ਵਿੱਚ ਤਬਦੀਲੀ ਜਿਹੜੀ ਕਰਦੇ ਜਾਵਾਂਗੇ। ਇਸ ਕਰਕੇ ਬੇਨਤੀ ਹੈ ਭਾਈ, ਇੱਧਰੋਂ ਨਹੀਂ ਖੁੰਝਦੇ ਅਸੀਂ। ਭਾਵੇਂ ਕਿਹਾ ਮੈਂ ਜ਼ਰੂਰ ਸੀ ਵੀ ਅਸੀਂ ਆਰਾਮ ਕਰਾਂਗੇ, ਪਰ ਉਸ ਵੇਲੇ ਚਾਹੇ ਜਿੰਨਾ ਮਰਜ਼ੀ ਮਨੁੱਖ ਥੱਕਿਆ ਹੋਵੇ, ਉਦੋਂ ਦਾ ਯਾਦ ਕੁਦਰਤੀ ਆ ਹੀ ਜਾਂਦੀ ਆਪਣੇ ਆਪ ਹੀ। ਕਿਉਂਕਿ ਜਦੋਂ ਮਨੁੱਖ ਦਾ ਉੱਥੇ ਸੁਭਾਅ ਬਣ ਜੇ, ਜਿੱਥੇ ਜੇ ਤੁਸੀਂ ਲਾ ਲਓਗੇ, ਜੇ ਤੁਸੀਂ ਲਾ ਲਓਗੇ ਵੀ ਅਸੀਂ 8 ਵਜੇ ਉੱਠਣਾ, ਤਾਂ 8 ਵਜੇ ਉੱਥੇ ਹੀ ਬਣ ਜੂਗਾ ਸੁਭਾਅ। ਜੇ ਤੁਹਾਡੇ ਮਨ ਵਿੱਚ ਹੋਇਆ ਵੀ 4 ਵਜੇ ਉੱਠਣਾ ਹੀ ਉੱਠਣਾ ਹੈ, ਫਿਰ ਜਿੰਨਾ ਮਰਜ਼ੀ ਰਜਾਈ ਦੱਬੀ ਜਾਓ, ਉਹ ਮਨੁੱਖ ਢੀਠ ਹੋ ਕੇ ਪਿਆ ਰਹੇ ਤਾਂ ਉਹ ਤਾਂ ਗੱਲ ਵੱਖਰੀ ਹੈ, ਪਰ ਨੀਂਦ ਉਹ ਨਹੀਂ, ਗੂੜੀ ਨੀਂਦ ਨਹੀਂ ਆਉਂਦੀ ਹੈ। ਕਰਕੇ ਬਹੁਤ ਬਹੁਤ ਧੰਨਵਾਦ ਹੈ। ਇਸੇ ਤਰ੍ਹਾਂ ਹੀ ਸੰਗਤ ਅੱਗੇ ਨੂੰ ਵੀ ਵੱਧ ਚੜ ਕੇ ਸਮਾਗਮ ਜਿਹੜੇ ਹੋਰ ਵੀ ਆਉਣ ਵਾਲੇ ਨੇ ਅੱਗੇ, ਉਹ ਵੀ ਬਹੁਤ ਸੰਗਤਾਂ ਨੇ ਯੋਗਦਾਨ ਵੀ ਪਾਇਆ ਮਾਇਆ ਦੁਆਰਾ ਵੀ, ਕਿਉਂਕਿ ਇੱਧਰਲੇ ਪਾਸੇ 2 ਕਮਰੇ ਬਣ ਜਾਣ, ਮਹਾਰਾਜ ਕਿਰਪਾ ਕਰੇ ਬਣੀ ਜਾਵੇ। ਭਾਵ ਗੁਰੂ ਘਰ ਦਾ ਤਾਂ ਕੁਝ ਨਾ ਕੁਝ, ਗੁਰੂ ਘਰ ਦੀ ਇਮਾਰਤ ਚਲੋ ਰਹਿائش ਜੋਗਰੀ ਜਿਹੜਾ ਉਹ ਤਾਂ ਹੁਣ ਤੱਕ ਤਾਂ ਹੋਣਾ ਜ਼ਰੂਰੀ ਹੈ, ਪਰ ਕੋਈ ਉਹੀ ਐਵੇਂ ਇੱਟਾਂ ਥੱਪੀਆਂ ਪਈਆਂ, ਉੱਥੋਂ ਤਾਂ ਕੋਈ ਆਵਾਜ਼ ਨਹੀਂ ਆਉਂਦੀ, ਈਰਖਾ ਦੀ ਆਵਾਜ਼ ਹੀ ਆਉਂਦੀ ਉੱਥੋਂ ਤਾਂ। ਰਾਮ ਕਲੀ ਮਹਲਾ ਤੀਜਾ। ਮਨ ਦੇ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਧੀਆਂ ਵਧਾਈਆਂ। ਸਾਗਰ ਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ ਜੀ। ਸਭ ਤੋਤਾ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹਿ ਨਾਨਕ ਆਨੰਦੋ ਸਤਿਗੁਰੂ ਮੈਂ ਪਾਇਆ ਜੀ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕੋ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਬਾਗ
क्या नहीं करते रह सच्चा नाम मेरा आधारो साच नाम आधार मेरा जन भुखा सब गवाया साध सुख माने आई वसिया जिनी नीचा सब जानी सदा कुर्बान किता गुर टहो जिस दी है वड्याइया नानक सुनो संतो शब्द धरो प्यारो सपा नाम मेरा आधारो वाजे पंच शब्द तित कर सुपागै कर सुपाग शब्द बाजे कला जत करतारिया पंच दूत तोड़ बस कीते काल कंटक मारिया कर्म पाया दुर्जन को सेना मर के लागे जी कह नानक तै सुख हुआ पित कार्य अनहद वाजे अंध सुनो बड़ पागियो सगल मनोरथ पूरे पार ब्रह्म प्रभ पाया उतरे सगल सूरे दुख रोग संताप उतरे सुनी सच्ची वाणी अंत साचन पै सर से पूरे गुरते जानी सुनते पुनीत कहते भगत सतगुरु आप भरपूर बंत नानक गुर चरण लागे बाजे अनहद तूरे जी वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह।